ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖਹਿਰਾ। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਸੋ ਖਹਿਰਾ ਸਾਹਿਬ, ਸਭ ਤੋਂ ਪਹਿਲੀ ਆਪਾਂ ਖਬਰ ਲਵਾਂਗੇ ਜੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਸਿਚੁਏਸ਼ਨ ਹੈ। ਪੰਜਾਬ ਦੇ DGP ਗੌਰਵ ਯਾਦਵ ਕਹਿ ਰਹੇ ਨੇ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਹਰ ਹਾਲ ਵਿੱਚ ਸੋਲਿਡ ਬਣਾਉਣਾ, ਅਸੀਂ ਠੀਕ ਕਰਨਾ, ਅਸੀਂ ਤੇ ਗੈਂਗਸਟਰਸ ਤੇ ਨਸ਼ਾ ਤਸਕਰਾਂ ਉੱਤੇ ਖਾਸ ਨਜ਼ਰ ਹੈ ਤੇ ਨਾਲ ਜੋ 15 ਅਗਸਤ ਆ ਰਿਹਾ ਉਹਨੂੰ ਲੈ ਕੇ ਤੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ। ਅੱਛਾ, ਗੌਰਵ ਯਾਦਵ ਹੁਣਾਂ ਦਾ ਇੱਕ ਵਰਕਿੰਗ ਸਟਾਈਲ ਮੈਨੂੰ ਬਹੁਤ ਚੰਗਾ ਲੱਗਾ ਪਰਸਨਲੀ, ਕਿਉਂਕਿ ਅੱਜ ਤੱਕ ਜਿੰਨੇ ਵੀ DGP ਹੋਏ ਨੇ, ਜਿੰਨੇ ਸਾਡੀ ਸੁਰਤ 'ਚ ਹੋਏ ਨੇ ਸੋ ਫਾਰ, ਅਸੀਂ ਜਿਨ੍ਹਾਂ ਨੂੰ ਯਾਦ ਰੱਖਦੇ ਹਾਂ, ਇਹਨਾਂ ਇੱਕ ਐਡਮਿਨਿਸਟ੍ਰੇਟਿਵ ਲੈਵਲ ਦੇ ਉੱਤੇ, ਬੇਸਿਕ ਲੈਵਲ ਦੇ ਉੱਤੇ ਬਹੁਤ ਸੋਹਣਾ ਕੰਮ ਕਰ ਰਹੇ ਨੇ। ਅੱਜ ਤੁਸੀਂ ਖਬਰਾਂ ਵੀ ਦੇਖੀਆਂ ਹੋਣਗੀਆਂ ਤੇ ਲਿਖਿਆ ਹੋਇਆ ਬਹੁਤ ਥਾਂ ਦੇ ਉੱਤੇ ਕਿ ਬੇਸਿਕ ਪੁਲਿਸਿੰਗ ਜਿਹੜੀ ਆ ਉਹ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੋਫੈਸ਼ਨਲ ਪੁਲਿਸਿੰਗ ਹੈ ਨਹੀਂ ਗੀ, ਬਹੁਤ ਘਾਟ ਆ, ਬਹੁਤ ਜ਼ਿਆਦਾ ਘਾਟ ਆ ਸਾਡੇ ਪੰਜਾਬ ਦੇ ਪੁਲਿਸ ਵਾਲਿਆਂ ਦੇ ਵਿੱਚ ਬੇਸਿਕ ਤੇ ਪ੍ਰੋਫੈਸ਼ਨਲ ਪੁਲਿਸਿੰਗ ਦੀ। ਜਦੋਂ ਅਸੀਂ ਪੁਲਿਸਿੰਗ ਦੀ ਗੱਲ ਕਰਦੇ ਹਾਂ ਤਾਂ ਪੁਲਿਸਿੰਗ ਮਤਲਬ ਹੁੰਦਾ ਸਪੋਰਟਿੰਗ ਯੂਨਿਟ ਤੇ ਪਰ ਇੱਥੇ ਸਾਨੂੰ ਉਲਟਾ ਹੀ ਹੁੰਦਾ। ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਪਰ ਉਸ ਗੱਲ ਦੇ ਉੱਤੇ ਅੱਜ ਆਪਣੀ ਗੱਲ ਕਰਾਂਗੇ। ਗੱਲ ਸਿਰਫ ਇਸ 'ਤੇ ਕਰਾਂਗੇ ਕਿ ਗੌਰਵ ਯਾਦਵ ਹੁਣੀ ਕੀ ਕਰ ਰਹੇ ਨੇ। ਗੌਰਵ ਯਾਦਵ ਉਹਨਾਂ ਨੇ ਕਿਹਾ ਵੀ ਇੱਕ ਸਟੇਸ਼ਨ ਦੇ ਅੰਦਰ ਜਿਹੜਾ ਇੱਕ ਸਟੇਸ਼ਨ ਦੇ ਵਿੱਚ ਇੱਕ ਮੇਨਟੇਨ ਸਟੇਸ਼ਨ ਦੇ ਅੰਦਰ ਬੰਦਾ ਹੋਣਾ ਬਹੁਤ ਜ਼ਰੂਰੀ ਗੱਲ ਆ, ਤਾਂ ਜੋ ਜੇ ਤੁਹਾਡੇ ਕੋਲ ਕੋਈ ਫੋਨ ਕਾਲ ਆਉਂਦੀ ਹੈ ਤਾਂ ਉਹਨੂੰ ਚੱਕਣ ਦੇ ਲਈ ਬੰਦਾ ਹੋਵੇ। ਬਹੁਤ ਸਾਰੇ ਸਟੇਸ਼ਨਸ ਦੇ ਵਿੱਚ ਇੱਦਾਂ ਬੀਟ ਏਰੀਆਜ਼ ਇੱਦਾਂ ਵੀ ਕਰ ਰਹੇ ਕੰਮ। ਬਹੁਤ ਸਾਰੇ ਜਿਹੜੇ ਨੇ ਉਹ ਕਹਿੰਦੇ ਵੀ ਕਈ ਸਟੇਸ਼ਨ ਇੱਦਾਂ ਦੇ ਨੇ ਜਿੱਥੇ ਅੰਦਰ ਹੁੰਦਾ ਹੀ ਨਹੀਂ, ਮੁੰਸ਼ੀ ਵੀ ਬਾਹਰ ਬੈਠਾ ਹੁੰਦਾ ਅਤੇ ਉਹ ਕਈ ਵਾਰੀ ਸਾਰੀ ਟੀਮ ਲੈ ਕੇ ਉਹ ਰੌਂਡੀ 'ਤੇ ਚਲੇ ਜਾਂਦੇ ਆ। ਉਹ ਕਹਿੰਦੇ ਵੀ ਅੰਦਰ ਕੋਈ ਹੋਵੇ ਜਿਹੜਾ ਬੰਦਾ ਫੋਨ 'ਤੇ ਚੱਕੇ, ਐਟਲੀਸਟ ਜੇ ਕੋਈ ਕਰ ਰਿਹਾ ਉੱਥੇ ਯੂਨਿਟ ਦੇ ਅੰਦਰ ਫੋਨ, ਪਤਾ ਤਾਂ ਲੱਗੇ ਕਿ ਹੋਣ ਕੀ ਡਿਆ ਹੈ। ਜਾਂ ਕੋਈ ਕਿਸੇ ਨੇ ਸ਼ਿਕਾਇਤ ਕਰਨੀ ਹੋ ਤਾਂ ਤੁਹਾਨੂੰ ਕਿਵੇਂ ਪਤਾ ਲੱਗੂਗਾ। ਦੂਸਰੀ ਗੱਲ ਉਹ ਕਹਿੰਦੇ ਆ ਕਿ ਜਿਹੜੇ ਵੱਡੇ ਕੇਸ ਹੁੰਦੇ ਨੇ, ਜਿਵੇਂ ਕ੍ਰਾਈਮ ਸਸਪੈਕਟਸ ਹੋ ਗਏ ਵੱਡੇ, ਉਹ SHO ਕਰੇ, ਸਟੇਸ਼ਨ ਆਫ ਜਿਹੜਾ ਹੈਡ ਆਫ ਦਾ ਸਟੇਸ਼ਨ ਹੈ ਉਹ ਕਰੇ। ਹੁਣ ਸਾਡੇ ਇੱਥੇ ਬਹੁਤ ਪੰਗਾ ਆ, ਸਾਡੇ ਜਾਂ ਤਾਂ ਫਿਰ SHO ਕਰਦਾ ਹੀ ਨਹੀਂ ਕੁਛ ਤੇ ਜਾਂ ਫਿਰ ਬਹੁਤ ਹੀ ਕੁਛ ਕਰੀ ਜਾਂਦਾ ਆ। ਸੋ ਇਹ ਤਰੀਕਾ ਆ, ਬਹੁਤ ਹੀ ਕੁਛ ਕਰੀ ਜਾਂਦਾ। ਨਹੀਂ, ਸਹੀ ਗੱਲ ਆ। ਉਹ ਫਿਰ ਕਈ ਵਾਰੀ ਤਾਂ ਹੁੰਦਾ ਵੀ ਨਹੀਂ, ਉੱਥੇ ਦਾ MLA ਜਾਂ ਉੱਥੇ ਦਾ ਕੋਈ ਪ੍ਰਧਾਨ ਹੁੰਦਾ, ਉਹਦੇ ਨਾਲ ਹੀ ਲੱਗਾ ਰਹਿੰਦਾ ਫਲਾਨਾ ਢਮਕਾਨਾ ਸ਼ਮਕਾਨਾ। ਇਹ ਕਿਤੇ ਨਾ ਕਿਤੇ ਬੈਲੈਂਸ ਕਰਨਾ ਜਿਹੜਾ ਨਾ ਬਹੁਤ ਜ਼ਰੂਰੀ ਆ। ਬਿਲਕੁਲ ਠੀਕ ਗੱਲ ਹੈ। ਆਪਾਂ ਇੱਕ ਸ਼ਬਦ ਦੇ ਵਿੱਚ ਸਭ ਕੁਝ ਸਮੇਟ ਸਕਦੇ ਕਿ ਪ੍ਰੋਫੈਸ਼ਨਲ ਵੇ ਆਫ ਵਰਕਿੰਗ ਬਿਲਕੁਲ ਘਾਟ ਆ। ਨਹੀਂ, ਜੇ ਹੁਣ ਇੱਕ ਸ਼ਬਦ ਦੇ ਅੰਦਰ ਨਿਬੇੜ ਦਈਏ ਤਾਂ ਫਿਰ ਜਿਹੜਾ ਅਸੀਂ ਪ੍ਰੋਗਰਾਮ ਦਾ ਡਿਊਰੇਸ਼ਨ ਆ ਉਹ ਵੀ ਤਾਂ ਪੂਰਾ ਕਰਨਾ। ਨਹੀਂ, ਉਹ ਤਾਂ ਪੂਰਾ ਕਰਨਾ। ਮੈਂ ਇਹ ਕਹਿ ਰਿਹਾ ਕਿ ਪ੍ਰੋਫੈਸ਼ਨਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਯਾਦਵ ਸਾਹਿਬ, ਜਿੱਦਾਂ ਬੀਟ ਏਰੀਆ ਦੇਣਾ, ਕਿਉਂਕਿ ਉਹ ਕਹਿੰਦੇ ਨੇ ਕਿ ਮੈਂ ਪਹਿਲਾਂ ਵੀ ਇਸ ਐਕਸ਼ਨ ਮੋਡ ਦੇ ਵਿੱਚ ਕੰਮ ਕਰ ਚੁੱਕਾ ਕਿ ਬੀਟ ਏਰੀਆਜ਼ ਦੇ ਕੇ ਉਹਨਾਂ ਨਾਲ ਜੋ ਹੈ ਕਾਰਗੁਜ਼ਾਰੀ ਵਧੀਆ ਹੁੰਦੀ ਹੈ, ਕਿਉਂਕਿ ਹਰੇਕ ਨੂੰ ਪਤਾ ਹੁੰਦਾ ਕਿ ਮੈਂ ਕਿਹੜੇ ਇਲਾਕੇ ਵਾਸਤੇ ਜ਼ਿੰਮੇਵਾਰ ਹਾਂ ਔਰ ਸੇਮ ਪੋਸਟ ਸੇਮ ਉਹਦੀ ਰਿਸਪੌਂਸਿਬਿਲਿਟੀ ਕਿੱਥੇ ਹੈ, ਉਹਨੂੰ ਆਪਣੀ ਰਿਸਪੌਂਸਿਬਿਲਿਟੀ ਪੂਰੀ ਕਰਨੀ ਚਾਹੀਦੀ ਹੈ। ਪ੍ਰੋਫੈਸ਼ਨਲਿਜ਼ਮ ਇਹੀ ਆ ਕਿ ਤੁਹਾਡਾ ਫਰੇਮ ਤੈਅ ਕਰ ਦਿੱਤਾ ਗਿਆ ਕਿ ਤੁਹਾਡੇ ਵਾਸਤੇ ਇੰਨਾ ਕੰਮ ਆ, ਉਸ ਕੰਮ ਨੂੰ ਤੁਸੀਂ ਪਰਫੈਕਟਲੀ ਕਰਨ ਦੀ ਕੋਸ਼ਿਸ਼ ਕਰੋ। ਹਰ ਕੰਮ ਦੇ ਵਿੱਚ ਲੱਤ ਨਹੀਂ ਅੜਾਉਣੀ ਕਿ ਉੱਥੇ ਕੀ ਹੋ ਰਿਹਾ, ਉੱਥੇ ਕੀ ਹੋ ਰਿਹਾ। ਤੁਸੀਂ ਆਪਣਾ ਦੇਖੋ ਔਰ ਮੈਨੂੰ ਪੂਰੀ ਰਿਪੋਰਟ ਕਰੋ ਤੁਹਾਡੇ ਏਰੀਆ 'ਚ ਕੀ ਹੋਇਆ, ਦੈਟਸ ਆਲ। ਔਰ ਇਹ ਜਿਹੜੀਆਂ ਪ੍ਰੋਫੈਸ਼ਨਲ ਚੀਜ਼ਾਂ ਨੇ ਨਾ, ਇਹ ਬਹੁਤ ਜ਼ਿਆਦਾ ਜ਼ਰੂਰੀ ਨੇ ਹਰ ਬੰਦੇ ਦੇ ਵਿੱਚ ਆਉਣੀਆਂ, ਕਿਤੇ ਵੀ ਉਹ ਕੰਮ ਕਰਦਾ ਹੋਵੇ। ਪੁਲਿਸਿੰਗ ਨੂੰ ਪ੍ਰੋਫੈਸ਼ਨਲ ਕਰਨਾ ਬਹੁਤ ਵਧੀਆ ਹੈ। ਔਰ ਇਹਦੇ ਨਾਲ ਨਾ ਜਿਹੜੀ ਆਪਾਂ ਅਕਸਰ ਗੱਲ ਕਰਦੇ ਹਾਂ ਬਿਹੇਵੀਅਰ, ਆਪਣੇ ਆਪ ਠੀਕ ਹੋ ਜਾਂਦਾ, ਕਿਉਂਕਿ ਜਦੋਂ ਤੁਸੀਂ ਪ੍ਰੋਫੈਸ਼ਨਲ ਹੋ ਜਾਂਦੇ ਹੋ ਨਾ, ਤੁਹਾਡਾ ਮਾਈਂਡ ਸੈਟ ਇੱਦਾਂ ਦਾ ਹੋ ਜਾਂਦਾ ਕਿ ਤੁਸੀਂ ਕਿਸੇ ਨਾਲ ਮਿਸਬਿਹੇਵ ਨਹੀਂ ਕਰਦੇ, ਤੁਹਾਡਾ ਸਾਰਾ ਧਿਆਨ ਆਪਣੇ ਕੰਮ ਦੇ ਉੱਤੇ ਹੁੰਦਾ। ਸੋ ਜੋ ਨਵੀਂ ਜਨਰੇਸ਼ਨ ਆ ਰਹੀ ਹੈ ਪੁਲਿਸ ਦੇ ਵਿੱਚ, ਉਹ ਤਾਂ ਖੈਰ ਬਿਹੇਵੀਅਰ ਨੂੰ ਲੈ ਕੇ ਬਹੁਤ ਹੀ ਸੰਜੀਦਾ ਔਰ ਟ੍ਰੇਨਿੰਗ ਦਾ ਵੀ ਹਿੱਸਾ ਹੋਣਾ ਚਾਹੀਦਾ ਕਿ ਬਿਹੇਵੀਅਰ ਕੀ ਹੋਣਾ ਚਾਹੀਦਾ ਪਬਲਿਕ ਦੇ ਨਾਲ, ਕਿਉਂਕਿ ਪੁਲਿਸ ਨੂੰ ਅਸੀਂ ਆਪਣਾ ਦੋਸਤ ਸਮਝੀਏ, ਡਰੀਏ ਨਾ। ਪੁਲਿਸ ਤੋਂ ਡਰ ਜਿਹੜਾ ਲੱਗਦਾ ਨਾ, ਹਊਆ, ਉਹ ਨਹੀਂ ਹੋਣਾ ਚਾਹੀਦਾ। ਸਾਡਾ ਫਰੈਂਡ ਆ ਔਰ ਸਾਡੀ ਮਦਦ ਕਰਨ ਵਾਸਤੇ ਹੀ ਪੁਲਿਸ ਹੈਗੀ ਆ ਔਰ ਸਾਨੂੰ ਪੂਰੀ ਮਦਦ ਮਿਲਣੀ ਆ। ਔਰ ਦੂਜਾ ਇੱਕ ਆਸਪੈਕਟ ਇਹ ਹੁੰਦਾ, ਜਦੋਂ ਆਪਾਂ ਪ੍ਰੋਫੈਸ਼ਨਲ ਵੇ ਆਫ ਪੁਲਿਸਿੰਗ ਲੈਂਦੇ ਹਾਂ, ਜਿਹੜੇ ਨਾਗਰਿਕ ਨੇ ਉਹ ਵੀ ਕਾਨੂੰਨ ਦੇ ਮੁਤਾਬਿਕ ਕਿਤੇ ਨਾ ਕਿਤੇ ਪੁਲਿਸ ਹੀ ਹੁੰਦੇ ਨੇ। ਜਿੱਥੇ ਪੁਲਿਸ ਵਾਲਾ ਕੋਈ ਗਲਤੀ ਕਰੇ ਉੱਥੇ ਨਾਗਰਿਕ ਉਹਨਾਂ ਨੂੰ ਟੋਕ ਸਕਦਾ, ਕਹਿ ਸਕਦਾ ਕਿ ਸਰ ਇਹ ਗਲਤੀ ਆ, ਇਹ ਤੁਹਾਡੀ ਗਲਤੀ ਹੈ, ਕਿਉਂਕਿ ਨਾਗਰਿਕ ਹੋਣ ਦੇ ਨਾਤੇ ਕਾਨੂੰਨ ਮੈਨੂੰ ਅਧਿਕਾਰ ਦਿੰਦਾ, ਮੈਂ ਵੀ ਪੁਲਿਸ ਹਾਂ ਇੱਕ ਤਰ੍ਹਾਂ ਦਾ। ਅੱਛਾ, ਫਿਰ ਤੁਹਾਨੂੰ ਜ਼ਿਆਦਾ ਪਤਾ ਹੀ। ਪੁਲਿਸ ਵਾਲਿਆਂ ਦਾ ਇਹੀ ਸਵਾਲ ਹੁੰਦਾ ਮੁੜ ਕੇ ਵੀ ਕਾਕਾ ਤੈਨੂੰ ਜ਼ਿਆਦਾ ਪਤਾ ਹੀ। ਇਸੇ ਚੀਜ਼ ਨੂੰ ਸੁਧਾਰਨਾ ਗੌਰਵ ਯਾਦਵ ਕਰ ਰਹੇ ਨੇ, ਪ੍ਰੋਫੈਸ਼ਨਲ ਵੇ। ਤੈਨੂੰ ਜ਼ਿਆਦਾ ਪਤਾ, ਇਸ ਜ਼ਿਆਦਾ ਪਤਾ ਨੂੰ ਬਿਲਕੁਲ ਜ਼ਿਆਦਾ ਪਤਾ ਹੈ, ਸਭ ਨੂੰ ਜ਼ਿਆਦਾ ਪਤਾ ਹੈ। ਸਿਰਫ ਇੰਨਾ ਹੀ ਹੈ ਕਿ ਗੱਲ ਇੰਨੀ ਹੈ ਕਿ ਪੁਲਿਸ ਦੇ ਨਾਲ ਨਾਗਰਿਕਾਂ ਨੇ ਮਿਲ ਕੇ, ਨਾਗਰਿਕਾਂ ਦੇ ਨਾਲ ਪੁਲਿਸ ਨੇ ਮਿਲ ਕੇ ਕਾਨੂੰਨ ਵਿਵਸਥਾ ਨੂੰ ਸਟਰੋਂਗ ਕਰਨਾ, ਜਿਹੜੇ ਗੌਰਵ ਯਾਦਵ ਕਹਿ ਰਹੇ ਨੇ, ਇਹੀ ਪ੍ਰੋਫੈਸ਼ਨਲ ਵੇ ਆਫ ਪੁਲਿਸਿੰਗ ਹੋ ਸਕਦਾ। ਬੜਾ ਸੁਪਨਾ ਜਿਹਾ ਲੱਗਦਾ ਨਾ ਪੰਜਾਬ ਦੇ ਅੰਦਰ, ਜਿੱਥੇ ਡੰਡੇ ਖੜਕਦੇ ਹੋਣ ਪੁਲਿਸ ਦੇ, ਤੂੰ ਮੈਂ ਕਰਕੇ ਗੱਲ ਕਰਦੇ ਹੋਣ, ਔਰ ਕਈ ਵਾਰ ਬੜੇ ਸੋਹਣੇ ਲਫ਼ਜ਼ਾਂ ਨਾਲ ਨਵਾਜ਼ਦੇ ਨੇ ਨਾਗਰਿਕਾਂ ਨੂੰ, ਕਈ ਵਾਰ ਹੱਥ ਵੀ ਖੁੱਲ੍ਹਾ ਛੱਡ ਦਿੰਦੇ ਨੇ। ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਬੜਾ ਅਜੀਬ ਲੱਗਦਾ, ਅਲੱਗ ਜਿਹਾ ਲੱਗਦਾ, ਵਾਕਈ ਸੁਪਨਾ ਹੀ ਲੱਗਦਾ। ਚਲੋ ਸੁਪਨਾ ਸੱਚ ਹੋ ਜਾਵੇ ਤਾਂ ਫਿਰ ਇਹਦੇ ਨਾਲ ਦੀ ਰੀਸ ਨਹੀਂ ਕੋਈ। ਅੱਗੇ ਵਧੀਆ, ਫਿਰ ਅੱਗੇ ਕੀ ਆ?
ਅੱਗੇ ਵਧਦੇ ਆ ਜੀ ਕਿ ਜਿਹੜਾ ਆਪਾਂ ਜਾਣਦੇ ਆ ਫਗਵਾੜਾ ਦੇ ਵਿੱਚ ਧਰਨਾ ਚੱਲਦਾ ਪਿਆ ਹੈ ਖੰਡ ਮਿੱਲਾਂ ਦੇ ਬਾਹਰ ਕਿਸਾਨਾਂ ਦਾ, ਕਿਉਂਕਿ ਪੁਰਾਣੇ ਬਕਾਏ ਉਹ ਹਜੇ ਤੱਕ ਕਲੀਅਰ ਨਹੀਂ ਹੋਏ। ਗਵਰਨਮੈਂਟ ਦੇ ਉੱਤੇ ਵੀ ਇਲਜ਼ਾਮ ਆ ਰਹੇ ਨੇ ਕਿ ਤੁਸੀਂ ਹਜੇ ਤੱਕ ਦਿੱਤਾ ਨਹੀਂ, ਇਸ ਕਰਕੇ ਤਾਂ ਉਹ ਧਰਨਾ ਜੋ ਚੱਲਦਾ ਪਿਆ ਤਾਂ ਰੱਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ ਇੱਕ ਦਿਨ ਵਾਸਤੇ ਖੁੱਲ੍ਹ ਦਿੱਤੀ ਹੈ ਕਿਸਾਨਾਂ ਨੇ ਕਿ ਸਾਡਾ ਭਾਈਚਾਰਾ ਹੈ, ਭੈਣਾਂ ਭਰਾਵਾਂ ਨੂੰ ਰੱਖੜੀਆਂ ਬੰਨ੍ਹਦੀਆਂ ਨੇ, ਸਾਡਾ ਤਿਉਹਾਰ ਹੈ, ਇਸ ਕਰਕੇ ਲੋਕਾਂ ਨੂੰ ਕੋਈ ਮੁਸ਼ਕਲ ਨਾ ਹੋਵੇ, ਇੱਕ ਦਿਨ ਵਾਸਤੇ ਰਾਹ ਖੁੱਲ੍ਹੇ ਛੱਡ ਦਿੱਤੇ ਨੇ। ਅੱਛਾ, ਬਹੁਤ ਸੋਹਣਾ ਫੈਸਲਾ ਵੈਸੇ ਤਾਂ। ਦੇਖੋ, ਧਰਨਾ ਲਾਉਣ ਦਾ ਕਿਸੇ ਦਾ ਦਿਲ ਨਹੀਂ ਕਰਦਾ। ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖਿਆ, ਪਰ ਸਾਡਾ ਦੇਸ਼ ਇੱਦਾਂ ਦਾ ਹੋ ਗਿਆ ਧਰਨਿਆਂ ਦਾ, ਐਜੀਟੇਸ਼ਨਸ ਦਾ, ਕਿਉਂਕਿ ਸੁਣਵਾਈ ਨਹੀਂ ਉੱਦਾਂ ਹੁੰਦੀ। ਅੰਦੋਲਨ, ਹਾਂ, ਅੰਦੋਲਨ ਰਾਜ ਹੋ ਗਿਆ। ਪਿੱਛੇ ਜੇ ਟਰਮਸ ਵੀ ਆਏ ਸੀ ਅੰਦੋਲਨ ਜੀਵੀ, ਤੇ ਮੈਨੂੰ ਲੱਗਦਾ ਅੰਦੋਲਨ ਜੀਵੀ ਬਣਨਾ ਪੈ ਰਿਹਾ ਨਾ, ਕਿ ਕਿਉਂਕਿ ਦੇਖੋ ਬਹੁਤ ਔਖਾ ਆ। ਕੋਈ ਨਹੀਂ ਚਾਹੁੰਦਾ ਕਿ ਆਪਣੇ ਘਰਾਂ ਤੋਂ ਨਿਕਲ ਕੇ ਉਹ ਸੜਕਾਂ 'ਤੇ ਸਾਰੀ ਦਿਹਾੜੀ ਸੌਂਦਾ ਰਹੇ। ਹਰ ਕੋਈ ਚਾਹੁੰਦਾ ਕਿ ਉਹਦੇ ਵੀ ਮਖਮਲ ਵਰਗਾ ਬਿਸਤਰ ਹੋਵੇ, ਉਹ ਵੀ ਸਵੇਰ ਵਾਂਗੂ ਮੋਦੀ ਸਾਹਿਬ ਵਾਂਗੂ ਆਪਣੇ ਉਹ ਗਾਰਡਨ ਦੇ ਵਿੱਚ ਨੰਗੇ ਪੈਰੀ ਟਹਿਲਦਾ ਫਿਰੇ, ਤੇ ਕਦੀ ਕਿਸੇ ਪੱਥਰ 'ਤੇ ਲੱਤ ਰੱਖ ਕੇ ਸਟ੍ਰੈਚਿੰਗ ਕਰ ਲਵੇ, ਤੇ ਕਦੀ ਕਿਸੇ ਪੱਥਰ 'ਤੇ ਜਿਹੜੇ ਮੰਗਵਾਏ ਹੋਏ ਆ ਸਪੈਸ਼ਲੀ ਉੱਥੇ। ਹੁਣ ਉਹ ਪੱਥਰ ਹਿਮਾਚਲ 'ਚ ਤਾਂ ਰਹਿੰਦੇ ਨਹੀਂ, ਦਿੱਲੀ ਮੰਗਵਾ ਕੇ ਰੱਖੇ ਹੋਣੇ ਆ PM ਆਫਿਸ, PM ਹਾਊਸ ਪੂਰਾ ਉਹਨਾਂ ਨੇ ਬਣਾਇਆ ਹੋਇਆ, ਸੈਟਅਪ ਰੱਖਿਆ ਹੋਇਆ। ਉਹ ਵੀ ਮੋਰਾਂ ਦੇ ਨਾਲ ਦੇਖੇ, ਮੋਰ ਕੀ ਚੋਲ ਮੋਲ ਕਰਦੇ ਆ, ਹੈ ਨਾ। ਵੱਖਰੀ ਬਨਸਪਤ ਲਗਾਵੇ ਆਪਣੇ ਗਾਰਡਨ ਦੇ ਵਿੱਚ, ਉਹਨਾਂ ਦੇ ਨਾਲ ਗੱਲਾਂ ਕਰੇ। ਸਵੇਰੇ ਦੁਪਹਿਰ ਜਿਹੜੀ ਮਾਰਨਿੰਗ ਬ੍ਰੇਕਫਾਸਟ ਹੈ ਉਹ ਚਾਹ ਉੱਥੇ ਪੀ ਲਵੇ ਜਿੱਥੇ ਫੁੱਲ ਲਾਏ ਚਾਰ। ਇੱਦਾਂ ਥੋੜ੍ਹੀ ਵੀ ਰੋਡ 'ਤੇ ਪੀ ਲਵੇ, ਸਵੇਰੇ ਉੱਠੇ ਰੋਡ 'ਤੇ ਜੰਗਲ ਪਾਣੀ ਨੂੰ ਲੱਭੇ ਵੀ ਕਿਹੜਾ ਸਥਾਨ ਜਾਣਾ ਆ, ਫਿਰ ਲੰਗਰ ਪਾਣੀ ਆਪ ਬਣਾਵੇ, ਬੀਬੀਆਂ ਘਰ 'ਤੇ ਵਿਚਾਰੀਆਂ ਡੰਗਰ ਸਾਂਭਣ, ਉਹ ਉੱਥੇ ਲੰਗਰ ਪਾਣੀ ਬਣਾਉਂਦੇ ਫਿਰਨ, ਹੱਥ ਤਪਾਉਂਦੇ ਫਿਰਨ। ਇਹ ਕਿਤੇ ਨਾ ਕਿਤੇ ਸਿਸਟਮ ਹੋ ਗਿਆ। ਫਿਲਹਾਲ ਚੰਗੀ ਸ਼ੁਰੂਆਤ ਤੋਂ ਗੱਲ ਕਰਾਂਗਾ। ਅੱਜ ਤਿਉਹਾਰ ਦਾ ਦਿਨ ਹੈ, ਤੇ ਚਲੋ ਉਹਨਾਂ ਨੇ ਖੁੱਲ੍ਹ ਦੇ ਦਿੱਤੀ, ਪਰ ਖੁੱਲ੍ਹ ਦੇ ਨਾਲ ਉਹਨਾਂ ਨੇ ਇਹ ਵੀ ਦੱਸ ਦਿੱਤਾ ਵੀ ਹੁਣ 12 ਤਰੀਕ ਨੂੰ ਅਸੀਂ ਕਰੜੇ ਹੋ ਜਾਣਾ, 12 ਨੂੰ ਅਸੀਂ ਦੋਨੇ ਬੰਨੇ ਜਿਹੜਾ ਰਾਹ ਰੋਕ ਲੈਣਾ, ਫਿਰ ਤੁਸੀਂ ਜੋ ਕਰਨਾ ਕਰ ਲਿਓ। ਸਹੀ, ਕਿਉਂਕਿ ਚੰਨੀ ਸਾਹਿਬ ਨੇ ਨਾ ਇਹ ਫੈਸਲਾ ਕੀਤਾ ਸੀ ਵੀ ਤੁਹਾਨੂੰ ਕਹਿੰਦੇ ਨੇ ਵੀ ਤੁਹਾਨੂੰ ਅਸੀਂ ਪੂਰਾ ਜਿਹੜਾ ਇਨਕਮ ਦਵਾ ਦਾਂਗੇ। ਉਹ ਚੰਨੀ ਸਾਹਿਬ ਤੇ ਆਪ ਇੱਦਾਂ ਹੋ ਗਏ ਈਦ ਦਾ ਚੰਨ ਹੋ ਗਏ, ਜਿੱਦਾਂ ਤੁਸੀਂ ਕਹਿੰਦੇ ਹੁੰਦੇ ਵੀ ਜਿੱਧਰ ਗਈਆਂ ਬੇਰੀਆਂ ਤੇ ਉਧਰ ਗਏ ਮਲਾ। ਅੱਜ ਕੱਲ੍ਹ ਆਪ ਤੇ ਕਹਿੰਦੇ ਮੁੰਡਾ ਅਮਰੀਕਾ ਤੁਰਿਆ ਫਿਰਦਾ, ਤੇ ਸਾਨੂੰ ਲਾ ਕੇ ਕਿਤੇ ਕਿਸੇ ਖੂੰਜੇ ਲਾ ਗਿਆ। ਹੁਣ ਕਿਤੇ ਨਾ ਕਿਤੇ ਬੜੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਦੇਖਣ ਨੂੰ ਮਿਲਦੀਆਂ। ਇਸੇ ਦੁੱਖੋਂ ਧਰਨਾ ਲੱਗ ਗਿਆ। ਹਾਲਾਂਕਿ ਭਗਵੰਤ ਮਾਨ ਨੇ ਸ਼ੋਰ ਕਰ ਦਿੱਤਾ, ਸਾਡੇ ਮੌਜੂਦਾ CM ਸਾਹਿਬ ਨੇ ਸ਼ੋਰ ਕੀਤਾ ਆ ਕਿ ਹੁਣ 12 ਜਿਹੜੇ ਅਸੀਂ ਬਹੁਤ ਜਲਦ ਦੇ ਦਾਂਗੇ ਫੈਸਲੇ। ਹੁਣ ਇਮੇਜ 'ਚ ਆਉਂਦੇ ਇਹਨਾਂ ਦੇ ਇੱਕ MLA ਕੁਲਦੀਪ ਧਾਲੀਵਾਲ, ਵੈਸੇ ਤੋਂ ਪੰਚਾਇਤੀ ਮਿਨਿਸਟਰ ਨੇ, ਉਹਨਾਂ ਨੇ ਕਹਿ ਦਿੱਤਾ, ਕਹਿੰਦੇ ਵੀ ਸਾਡੀ ਗੱਲਬਾਤ ਹੋ ਗਈ ਆ, ਫਤਿਆਬਾਦ ਇੱਕ ਪ੍ਰਾਪਰਟੀ ਪਈ ਆ। ਪਹਿਲਾਂ ਤਾਂ ਇਹ ਗੱਲ ਹੁੰਦੀ ਸੀ ਵੀ ਜਿਹੜੀ ਫਗਵਾੜੇ ਵਾਲੀ ਮਿੱਲ ਹੈ ਇਹ ਸਰਕਾਰੀ ਥਾਂ 'ਤੇ ਬਣੀ ਆ, ਇਹਦੇ ਲਿਮਿਟਸ ਲੱਗੀਆਂ ਹੋਈਆਂ। ਹਾਂ, ਤੇ ਉਹ ਕਹਿੰਦੇ ਵੀ ਇਹ ਸਰਕਾਰੀ ਥਾਂ 'ਤੇ ਬਣੀ ਆ ਤੇ ਅਸੀਂ ਵੇਚ ਦਾਂਗੇ। ਬਾਅਦ ਤੋਂ ਪਤਾ ਲੱਗਾ ਇੱਥੇ ਵੀ ਲਿਮਟਾਂ ਚੱਕੀਆਂ ਹੋਈਆਂ ਅਗਲਿਆਂ ਨੇ। ਫਿਰ ਉਹ ਕਹਿੰਦੇ ਜੀ ਫਤਿਆਬਾਦ ਇੱਕ ਪ੍ਰਾਪਰਟੀ ਹੈਗੀ ਆ, ਵੀ ਚਲੋ ਇਹਨੂੰ, ਉਹ ਕਹਿੰਦੇ ਜੀ ਉੱਤੇ ਵੀ ਬਿਆਨਾ ਲਿਆ ਹੋਇਆ। ਹੁਣ ਪਰ ਇਹ ਗੱਲ ਹੋ ਗਈ ਵੀ ਚਲੋ ਫਤਿਆਬਾਦ ਵਾਲਾ ਜਿਹੜਾ ਬੰਦਾ ਆ, ਉਹ ਜਿਹਨੇ ਤੋਂ ਬਿਆਨਾ ਲਿਆ ਆ, ਵੀ ਇੱਦਾਂ ਕਰਦੇ ਆ ਵੀ ਉਹਦੀ ਖੁੱਲ੍ਹੀ ਬੋਲੀ ਕਰਾ ਲੈਂਦੇ ਆ, ਵਿਚਲਾ ਰਸਤਾ ਨਾ ਲੈਂਦੇ ਆ, ਵੀ ਜਿਹਨੇ ਬਿਆਨਾ ਲਿਆ ਹੋਇਆ ਉਹਨੂੰ ਕਹਾਂਗੇ ਤੂੰ ਭਾਈ ਬਿਆਨਾ ਆਪਣਾ ਵਾਪਸ ਲੈ ਲਾ ਇੰਨੇ ਪੈਸੇ, ਤੇ ਜਿੰਨੇ ਪੈਸੇ ਬਚਣਗੇ ਅਸੀਂ ਉਹ ਦੇ ਦਾਂਗੇ, ਕਿਉਂਕਿ ਉਹ ਕਿਤੇ ਕੋਰਟ 'ਚ ਨਾ ਚਲਾ ਜਾਵੇ, ਆਹੋ, ਤੇ ਮਸਲਾ ਲੈ ਕੇ ਮਸਲਾ ਪੰਗਾ ਪੈ ਸਕਦਾ। ਹੁਣ 72 ਕਰੋੜ ਰੁਪਈਆ ਥੋੜਾ ਤਾਂ ਹੈ ਨਹੀਂ। ਬਿਲਕੁਲ ਸਹੀ ਆ, ਤੇ ਉਮੀਦ ਹੈਗੀ ਚੰਗੇ ਦੀ ਵੀ ਚਲੋ ਕਿਤੇ ਨਾ ਕਿਤੇ ਮਸਲਾ ਹੱਲ ਹੋ ਜਾਵੇ, ਨਹੀਂ ਤਾਂ ਫਿਰ ਔਕੜਾਂ ਬਹੁਤ ਆ ਜਾਂਦੀਆਂ। ਉਹ ਵੀ ਐਜੀਟੇਸ਼ਨ ਕਰਨਗੇ। ਦੇਖੋ, ਰਾਹਗੀਰਾਂ ਨੂੰ ਤਾਂ ਤੰਗੀ ਹੋਣੀ ਆ। ਹੁਣ ਜਦੋਂ ਦੋਨੇ ਬੰਨੇ ਘੇਰਿਆ ਤਾਂ ਤੰਗੀ ਉਹ ਤਾਂ ਹੋਣੀ ਆ। ਇੱਕ ਗੱਲ ਦੱਸੋ ਮੈਨੂੰ ਜਤਿੰਦਰ ਜੀ, ਧਰਨੇ ਲਾਉਣੇ ਪੈਂਦੇ ਨੇ ਆਮ ਲੋਕਾਂ ਨੂੰ, ਧਰਨੇ ਲਾਉਣੇ ਪੈਂਦੇ ਨੇ ਕਿਸਾਨਾਂ ਨੂੰ, ਮਤਲਬ ਜਿਹੜਾ ਸਾਡਾ ਢਿੱਡ ਭਰਦਾ ਅੰਨਦਾਤਾ, ਉਹਨੂੰ ਧਰਨੇ ਲਾਉਣੇ ਪੈਂਦੇ ਨੇ। ਕਦੀ ਕਾਰਪੋਰੇਟ ਸੈਕਟਰ ਨੇ, ਕਦੀ ਬਿਜ਼ਨਸਮੈਨ, ਬਿਜ਼ਨਸ ਹਾਊਸਿਸ ਨੇ ਧਰਨੇ ਲਾਏ ਨੇ ਦੇਖਿਆ? ਕਦੀ ਮੈਂ ਤਾਂ ਨਹੀਂ ਦੇਖਿਆ। ਦੇਖੋ, ਉਹਨਾਂ ਨੇ ਧਰਨੇ ਨਹੀਂ ਲਾਉਂਦੇ ਹੁੰਦੇ, ਉਹ ਪਹਿਰਾ ਦਿੰਦੇ ਆ। ਕਾਹਦੇ ਉੱਤੇ? ਕਿਸੇ ਆਫਿਸ, CM ਆਫਿਸ ਗਏ, ਉੱਥੇ ਕੁਰਸੀ 'ਤੇ ਬੈਠ ਕੇ ਬੈਠਾ ਜਾਣਾ, ਪਹਿਰਾ ਦੇਈ ਜਾਣਾ ਕੁਰਸੀ 'ਤੇ, ਜਦੋਂ ਤੱਕ CM ਆਇਆ ਨਹੀਂ, ਨਾਲ ਗੱਲਬਾਤ ਕੀਤੀ ਨਹੀਂ। ਪਾਲਿਸੀਆਂ ਆਪਾਂ ਕਹਿੰਦੇ ਨਾ ਵੀ ਇੱਦਾਂ ਦਾ ਸਿਸਟਮ ਹੋ ਗਿਆ। ਲੋਕਾਂ ਲਈ ਪਾਲਿਸੀਆਂ ਨਹੀਂ, ਪਾਲਿਸੀਆਂ ਸਿਰਫ ਕਾਰਪੋਰੇਟਸ ਲਈ ਬਣਦੀਆਂ। ਉਹ ਫਿਰ ਕਾਰਪੋਰੇਟਸ ਨੂੰ ਕੀ ਲੋੜ ਆ ਪਹਿਰਿਆਂ ਦੇਣ ਦੀ? ਕਹਿੰਦੇ ਨਾ ਵੀ ਜਿਨ੍ਹਾਂ ਦੇ ਲੁੱਟ ਹੁੰਦੇ ਨਾ ਉਹੀ ਰਲਾਪ ਕਰਦੇ, ਜਿਨ੍ਹਾਂ ਦਾ ਕੁਝ ਲੁੱਟ ਹੀ ਨਹੀਂ ਹੋਇਆ ਉਹਨੇ ਕੀ ਰੌਲਾ ਪਾਉਣਾ। ਤੇ ਫਿਰ ਪਬਲਿਕ ਵੋਟਾਂ ਪਾਉਣ ਵਾਸਤੇ, ਬਸ ਵੋਟਾਂ ਪਾਉਣ ਵਾਸਤੇ, ਧਰਨੇ ਲਾਉਣ ਵਾਸਤੇ, ਤੇ ਜੇ ਕਿਤੇ ਅਧਿਆਪਕ ਬਣਨਾ ਹੋਵੇ, ਕਿਸੇ ਦਾ ਸੁਪਨਾ ਹੋਵੇ, ਤੇ ਫਿਰ ਛਿੱਤਰ ਖਾਣ ਵਾਸਤੇ ਵੀ ਆ, ਟੈਂਕੀ ਚੜ੍ਹਨ ਵਾਸਤੇ ਵੀ। ਜੇ ਤੁਸੀਂ ਨੌਜਵਾਨ ਹੋ ਤਾਂ ਫਿਰ ਤੁਹਾਡਾ, ਜੇ ਤੁਸੀਂ ਕਹਿੰਦੇ ਹੋ ਕਿ ਬਾਹਰ ਨਹੀਂ ਜਾਣਾ ਨਾ, ਤਾਂ ਇੱਥੇ ਖੱਜਲ ਖਬਰਾਬ ਹੋਣ ਵਾਸਤੇ ਇਹ ਬਹੁਤ ਕਾਹਿਲ ਰੱਖਿਆ ਹੋਇਆ ਇਹਨਾਂ ਨੇ। ਮਤਲਬ ਇਹ ਪੂਰਾ ਸਿਸਟਮ, ਪੂਰਾ ਸੈਟਅਪ ਬਣਿਆ ਹੋਇਆ, ਪੂਰਾ ਨੈਟਵਰਕ ਹੈ। ਇੱਕ ਕੁੱਤੇ ਦਾ ਕਲੱਬ ਆ ਜਿਹਦੇ 'ਚ ਬਿਜ਼ਨਸਮੈਨ ਵੀ ਨੇ, ਬਿਊਰੋਕਰੇਟਸ ਵੀ ਨੇ, ਪੋਲੀਟੀਸ਼ੀਅਨਸ ਵੀ ਨੇ। ਉਸ ਕਲੱਬ ਦੇ ਵਿੱਚ ਤੁਹਾਨੂੰ ਤੇ ਮੈਨੂੰ ਐਂਟਰੀ ਨਹੀਂ ਹੈਗੀ, ਆਮ ਲੋਕਾਂ ਨੂੰ ਐਂਟਰੀ ਨਹੀਂ ਹੈ। ਇਹ ਸਪੈਸ਼ਲ ਲੋਕਾਂ ਦਾ ਕਲੱਬ ਆ, ਔਰ ਉਹ ਕਲੱਬ ਦੇਸ਼ ਨੂੰ ਚਲਾਉਂਦਾ, ਉਹ ਕਲੱਬ ਸਟੇਟਸ ਨੂੰ ਚਲਾਉਂਦਾ,
ਉਹ ਕਲੱਬ ਆਪਣੇ ਮੁਤਾਬਿਕ ਸਾਰੀਆਂ ਪਾਲਿਸੀਆਂ ਬਣਾਉਂਦਾ। ਵਾਕਈ ਤੁਹਾਡੀ ਗੱਲ ਤੇ ਸਹੀ ਹੈ, ਵੈਸੇ ਇਦਾਂ ਹੀ ਕੁਝ ਹੋਣ ਡਿਆ, ਇੱਦਾਂ ਹੀ ਕੁਝ ਹੋਣ ਡਿਆ। ਵਾਕਈ ਉਹ ਕਲੱਬ ਆਪਸ 'ਚ ਪਾਰਟੀ ਵੀ ਕਰਦਾ, ਇੰਜੋਏ ਵੀ ਕਰਦਾ ਤੇ ਅਸੀਂ ਉਵੇਂ ਹੀ ਸੜਕਾਂ ਦੇ ਉੱਤੇ ਧਰਨੇ ਲਾਉਂਦੇ ਆ। ਖੈਰ ਚਲੋ ਵਧੀਆ, ਅੱਗੇ ਚੱਲਦੇ ਆ। ਜਿਹੜਾ ਇਹ ਪੰਜਾਬ ਦਾ ਆਪਾਂ ਮਾਮਲਾ ਲਾਅ ਐਂਡ ਆਰਡਰ ਦਾ ਕਹਿ ਰਹੇ ਸੀ, ਉਹਦੇ ਤਹਿਤ ਨਾ ਇੱਕ ਨਿਊਜ਼ ਮਿਲੀ ਆ, ਔਰ ਆਏ ਦਿਨ ਸਾਨੂੰ ਕਿਤੇ ਨਾ ਕਿਤੇ ਕਤਲ ਦੀ ਨਿਊਜ਼ ਮਿਲਦੀ ਰਹਿੰਦੀ ਆ। ਅੰਮ੍ਰਿਤਸਰ ਦੇ ਵਿੱਚ ਪੈਟਰੋਲ ਪੰਪ ਦੇ ਮਾਲਕ ਨੇ, ਉਹਨਾਂ ਦਾ ਦੇਰ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਜ਼ੁਰਗ ਨੇ, ਗੋਲੀਆਂ ਪਾਟੇ 'ਚ ਲੱਗੀਆਂ ਪਰ ਖੂਨ ਜ਼ਿਆਦਾ ਜਾਣ ਕਰਕੇ ਉਹਨਾਂ ਦੀ ਡੈਥ ਹੋ ਜਾਂਦੀ ਹੈ। ਪੈਟਰੋਲ ਪੰਪ, 2 ਪੈਟਰੋਲ ਪੰਪ ਨੇ, ਬੰਦ ਕਰਕੇ ਉਹ ਘਰ ਆਏ ਸੀ ਤੇ ਗੱਡੀ 'ਚ ਕੈਸ਼ ਉੱਥੇ ਪਿਆ ਹੋਇਆ, ਕੈਸ਼ ਨੂੰ ਕੁਝ ਨਹੀਂ ਹੋਇਆ, ਪਰ ਉਹਨਾਂ ਨੂੰ ਗੋਲੀਆਂ ਮਾਰ ਕੇ। ਔਰ ਪੁਲਿਸ ਕਹਿੰਦੀ ਹੈ ਕਿ ਸ਼ਾਇਦ ਆਪਸੀ ਰੰਜਿਸ਼ ਹੈ, ਕੋਈ ਖਾਨਦਾਨੀ ਦੁਸ਼ਮਣੀ ਹੈ। ਕਿਉਂਕਿ ਦੇਖੋ ਜੇ ਤਾਂ ਅਗਲਾ ਕੈਸ਼ ਲਈ ਆਉਂਦਾ ਜਾਂ ਪਿੱਛੇ ਕਿਸੇ ਹੋਰ ਲਈ ਆਉਂਦਾ, ਫਿਰ ਉਹ ਅਗਲਾ ਕੈਸ਼ ਲੈ ਕੇ ਜਾਂਦਾ। ਜਿਸ ਹਿਸਾਬ ਦੇ ਨਾਲ ਗੋਲੀਆਂ ਵੱਜੀਆਂ ਆ, ਉਸ ਹਿਸਾਬ ਨਾਲ ਮੁੱਢਲੀ ਰਿਪੋਰਟ ਤੋਂ ਤਾਂ ਇਹੀ ਪਤਾ ਲੱਗਦਾ ਕਿ ਭਾਈ ਇਹ ਆਪਸੀ ਰੰਜਿਸ਼ ਆ। ਤੁਸੀਂ ਲਾਅ ਐਂਡ ਆਰਡਰ ਦੀ ਪਹਿਲਾਂ ਆਪਾਂ ਗੱਲ ਕਰ ਲਈ ਆ ਵੀ ਸੁਧਾਰਿਆ ਜਾ ਰਿਹਾ। ਲਾਅ ਐਂਡ ਆਰਡਰ ਪੰਜਾਬ 'ਚ ਵਾਕਈ ਬਹੁਤ ਸੁਧਾਰਨ ਦੀ ਲੋੜ ਹੈ, ਕਿਉਂਕਿ ਸ਼ਰੇਆਮ ਇੱਦਾਂ ਲੱਗਦਾ ਕਿ ਇੱਕ ਪਿੰਡ ਗੈਂਗਲੈਂਡ ਬਣ ਗਿਆ। ਪਿੱਛੇ ਜੇ ਗਾਣੇ ਵੀ ਆਏ ਸੀਗੇ ਗੈਂਗਲੈਂਡ ਦੇ ਨਾਲ ਸੰਬੰਧਿਤ, ਉੱਥੋਂ ਹੀ ਮੁਤਾਸਰ ਹੋ ਕੇ ਮੈਨੂੰ ਲੱਗਦਾ ਅਸੀਂ ਗੈਂਗਲੈਂਡ ਜੇ ਨੂੰ ਬਣਾ ਲਿਆ ਆ। ਸਰਕਾਰਾਂ ਐਡਮਿਨਿਸਟ੍ਰੇਟਿਵ ਨੂੰ ਬਹੁਤ ਕਰੜੇ ਹੋਣ ਦੀ ਲੋੜ ਹੈ ਇਸ ਪੱਖੋਂ, ਨਹੀਂ ਤੇ ਪੰਜਾਬ ਜਿਹੜਾ ਨਾ ਆਪਾਂ ਕਹਿੰਦੇ ਸੀ ਵੀ ਰੁਲਦਾ ਜਾ ਰਿਹਾ, ਸਾਡੇ ਕੋਲੇ ਹੱਥੋਂ ਨਿਕਲ ਜਾਣਾ ਇਹਨੇ। ਕਿਉਂਕਿ ਸਾਡੇ ਮੁੰਡੇ ਜਿਹੜੇ ਨੇ ਜਾਂ ਤਾਂ ਫਿਰ ਉਹ ਬਾਹਰ ਚਲੇ ਜਾ ਰਹੇ ਨੇ ਜਾਂ ਫਿਰ ਇੱਥੇ ਰਹਿ ਕੇ ਨਰਕ ਦੇ ਭੋਗੀ ਬਣ ਰਹੇ। ਬਿਲਕੁਲ। ਉਹ ਪਿੱਛੇ ਜੇ ਇੱਕ ਨਿਊਜ਼ ਵੀ ਸੀ ਨਾ ਕਿ ਜਿਹੜੇ ਗੈਂਗਸਟਰਸ ਨੇ ਉਹ ਇੱਕ ਸਵਾਲ ਉਠਾ ਰਹੇ ਨੇ, ਇੱਕ ਸਵਾਲ ਚੁੱਕਦੇ ਨੇ ਕਿ ਸਾਨੂੰ ਗੈਂਗਸਟਰਸ ਬਣਾਇਆ ਕਿਹਨੇ, ਉਹ ਹਾਲਾਤ ਕਿਹਨੇ ਪੈਦਾ ਕੀਤੇ, ਸਾਡੀ ਲਾਈਫ ਨੂੰ ਇਹ ਦਿਸ਼ਾ ਕਿਹਨੇ ਦਿੱਤੀ। ਇਸ ਗੱਲ ਦੇ ਉੱਤੇ ਵੀ ਗੌਰ ਹੋਣਾ ਚਾਹੀਦਾ, ਸਾਨੂੰ ਨਿੰਦਣ ਤੋਂ ਪਹਿਲਾਂ, ਸਾਡੇ ਖਿਲਾਫ ਕਦਮ ਚੁੱਕਣ ਤੋਂ ਪਹਿਲਾਂ। ਹਾਲਾਂਕਿ ਗੌਰਵ ਯਾਦਵ ਕਹਿ ਰਹੇ ਨੇ, ਜੋ ਸਾਡੇ ਪੰਜਾਬ ਦੇ ਡੀਜੀਪੀ ਨੇ, ਕਿ ਮਾਨ ਸਾਹਿਬ ਵੱਲੋਂ, CMG ਵੱਲੋਂ ਸਾਨੂੰ ਪੂਰੀਆਂ ਹਿਦਾਇਤਾਂ ਨੇ ਕਿ ਮਾਹੌਲ ਕਿਸੇ ਵੀ ਹੀਲੇ, ਜ਼ੀਰੋ ਟੋਲਰੈਂਸ ਦੀ ਨੀਤੀ ਦੇ ਉੱਤੇ ਚੱਲਦੇ ਹੋਏ ਕੰਟਰੋਲ ਕਰੋ, ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਔਰ ਇਹਦੇ ਜੇ ਵਰਸਿਸ ਦੇਖੀਏ ਤਾਂ ਉਹਨਾਂ ਦਾ ਬਿਆਨ ਵੀ ਆਉਂਦਾ ਜਿਹੜੇ ਗੈਂਗਸਟਰਸ ਨੇ ਕਿ ਸਾਨੂੰ ਗੈਂਗਸਟਰਸ ਬਣਾਇਆ ਕਿਨੇ, ਨਸ਼ਾ ਤਸਕਰ, ਇਹਨਾਂ ਨੂੰ ਐਸਟੈਬਲਿਸ਼ ਕਰਨ ਵਾਲਾ ਕੌਣ, ਇਹਨਾਂ ਨੂੰ ਥਾਪੜਾ ਦੇਣ ਵਾਲਾ ਕੌਣ, ਇਹਨਾਂ ਦੀਆਂ ਵਾਗਾਂ ਇੰਨੀਆਂ ਖੁੱਲੀਆਂ ਕਿਵੇਂ ਛੱਡੀਆਂ, ਇੰਨੇ ਕਿਵੇਂ ਹੌਸਲੇ ਪੈ ਗਏ। ਜੇਲ੍ਹ ਦੇ ਅੰਦਰ ਵੀ ਮਾਰ ਕੁਟਾਈ ਹੋ ਜਾਂਦੇ ਨੇ, ਜੇਲ੍ਹ ਦੇ ਅੰਦਰ ਵੀ। ਔਰ ਸਰੇਆਮ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਪੇਜਿਸ ਬਣੇ ਹੋਏ ਨੇ ਜਿਹਦੇ ਉੱਤੇ ਉਹ ਜ਼ਿੰਮੇਵਾਰੀ ਲੈਂਦੇ ਨੇ, ਠੀਕ, ਔਰ ਫੋਨ ਕਰਕੇ ਜ਼ਿੰਮੇਵਾਰੀ ਲੈਂਦੇ ਨੇ ਕਿ ਅਸੀਂ ਇਹ ਕੀਤਾ। ਮਤਲਬ ਇੰਨੀ ਛੁੱਟ ਔਰ ਇੰਨੇ ਹੌਸਲੇ ਬੁਲੰਦ ਨੇ, ਕਿਤੇ ਵੀ ਕੁਝ ਵੀ, ਔਰ ਸਰੇਆਮ ਗੋਲੀਆਂ ਚੱਲਦੀਆਂ ਨੇ, ਸਰੇਆਮ ਬੰਦੇ ਕਤਲ ਕਰ ਦਿੱਤੇ ਜਾਂਦੇ ਨੇ। ਇਹ ਹੌਸਲਾ ਕਿੱਥੋਂ ਆ ਗਿਆ? ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਹੀ ਨਹੀਂ, ਕੋਈ ਖੌਫ ਨਹੀਂ ਹੈ। ਔਰ ਪਿੱਛੇ ਜੇ ਅਸੀਂ ਦੇਖਿਆ ਐਨਕਾਊਂਟਰਸ ਵੀ ਹੁੰਦੇ ਨੇ, ਸਟਿਲ ਮਾਹੌਲ ਉੱਦਾਂ ਹੀ ਗਰਮ ਹੈ। ਔਰ ਜਿਹੜੇ ਗੈਂਗਸਟਰਸ ਨੇ ਉਹਨਾਂ ਨੂੰ ਇੱਦਾਂ ਟ੍ਰੀਟਮੈਂਟ ਦਿੱਤਾ ਜਾਂਦਾ ਜਿਵੇਂ ਕੋਈ ਸੈਲੀਬ੍ਰਿਟੀ ਹੋਣ, ਕੋਈ ਹੀਰੋ ਹੋਣ, ਉਹਨਾਂ ਦੀ ਹੈਡਲਾਈਨਸ ਲੱਗਦੀਆਂ ਨੇ। ਔਰ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਨੇ ਵੀ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ ਕਿ ਜਿਹੜੇ ਗੈਂਗਸਟਰਸ ਨੇ, ਤੁਸੀਂ ਇਹਨਾਂ ਨੂੰ VIP ਟ੍ਰੀਟਮੈਂਟ ਦੇ ਰਹੇ ਹੋ, ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਕਤਲ ਕੀਤੇ ਹੋਏ ਨੇ। ਮਤਲਬ ਇਹ ਕਿਹੜੇ ਪਾਸੇ ਲੈ ਕੇ ਜਾ ਰਹੇ ਹੋ? ਔਰ ਅੱਗੇ ਜਿਹੜੀ ਜਨਰੇਸ਼ਨ ਆਉਣ ਵਾਲੀ ਹੈ ਉਹ ਕੀ ਸਬਕ ਲੈਣਗੇ ਕਿ ਜਿਹੜੇ ਗੈਂਗਸਟਰਸ ਹੁੰਦੇ ਨੇ, ਬੜਾ ਵਧੀਆ ਕੈਰੀਅਰ ਹੈ, ਇਹ ਬੜੀ ਵੱਡੀ ਓਪਰਚੁਨਿਟੀ ਹੈ, ਇਹ ਬਹੁਤ ਇੱਜ਼ਤ ਵਾਲਾ ਕੰਮ ਹੈ, ਬਹੁਤ ਸਟੇਟਸ ਵਾਲਾ ਕੰਮ ਹੈ, ਸਾਨੂੰ ਗੈਂਗਸਟਰ ਬਣਨਾ ਚਾਹੀਦਾ, ਇਹ ਸਾਡੇ ਹੀਰੋ ਨੇ ਜੀ। ਮਤਲਬ ਇਦਾਂ ਪੇਸ਼ ਕੀਤਾ ਜਾਂਦਾ ਹੈ। ਇਹ ਕੁੱਲ ਮਿਲਾ ਕੇ ਜੋ ਮੀਡੀਆ ਦੇ ਵਿੱਚ ਵੀ ਖਬਰਾਂ ਸ਼ਾਇਆ ਹੁੰਦੀਆਂ ਨੇ, ਉਹ ਵੀ ਕਿਤੇ ਨਾ ਕਿਤੇ ਪੰਜਾਬ ਦੇ ਮਾਹੌਲ ਨੂੰ ਸੈਂਸਿਟਿਵ ਬਣਾ ਰਹੀਆਂ ਨੇ, ਜੋ ਗੈਂਗਸਟਰਸ ਨੂੰ ਗਲੋਰੀਫਾਈ ਕੀਤਾ ਜਾਂਦਾ ਹੈ। ਕੀ ਸੋਚਦੇ ਹੋ ਤੁਸੀਂ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਮਸਲੇ ਨੇ, ਜਿਵੇਂ ਪੰਜਾਬ ਦੇ ਵਿੱਚ ਆਪਾਂ ਤੁਸੀਂ ਗੈਂਗਸਟਰਵਾਦ ਦੀ ਗੱਲ ਕਰਦੇ ਆ ਨਾ, ਗੈਂਗਸਟਰਵਾਦ ਵਾਕਈ ਜੜ ਕਿੱਥੇ ਆ ਇਹ ਵੀ ਦੇਖਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ। ਔਰ ਜੜ ਜਿਹੜੀ ਆ ਉਹਨੂੰ ਫੜਨ ਦੇ ਲਈ ਨਾ, ਹੁਣ ਕਹਿੰਦੇ ਤੇ ਆ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ। ਜੇ ਰੰਗਲਾ ਪੰਜਾਬ ਬਣਾਉਣਾ ਤਾਂ ਮੈਨੂੰ ਲੱਗਦਾ ਕਿ ਬੇਸਿਕ ਜਿਹੜੀ ਟਰਮ ਹੈ, ਬੇਸਿਕ ਚੀਜ਼ ਜਿਹੜੀ ਆ, ਮੁੱਢਲੀ ਟਰਮ ਹੈ, ਉਹ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਸਹੀ ਮੱਤੇ ਲਾਉਣਾ। ਹੁਣ ਜੇ ਤੁਸੀਂ ਗੈਂਗਸਟਰਾਂ ਦੀ ਗੱਲ ਕਰ ਲਓ ਤੇ ਇਹ ਕੋਈ ਗੈਂਗਸਟਰ ਸਾਬਕਾ ਨੈਸ਼ਨਲ ਖਿਡਾਰੀ ਹੈ, ਸਾਬਕਾ ਸਟੇਟ ਖਿਡਾਰੀ ਹੈ, ਕੋਈ ਕਿਸੇ ਮਤਲਬ ਕਿਸੇ ਗੇਮ ਦੇ ਵਿੱਚ ਹੈ, ਇੰਟੈਲੀਜੈਂਟ ਲੋਕ ਨੇ। ਇਹ ਕਿਉਂ ਇਦਾਂ ਦੇ ਹੋਏ? ਇਹਨਾਂ ਦੇ ਪਿੱਛੇ ਹਾਲਾਤ ਵੀ ਨੇ, ਪਰ ਤੱਕ ਸਭ ਨੂੰ ਪਤਾ ਭਾਜੀ। ਜੇ ਆਪਾਂ ਹੁਣ ਐਂ ਗੱਲਾਂ ਕਰਦੇ ਰਹੀਏ ਤੇ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਸੰਜੀਵ ਜੀ ਕਿ ਬਹੁਤ ਆਪਾਂ ਉਸ ਮਸਲੇ ਵੱਲ ਜ਼ਿਆਦਾ ਜਿਹੜਾ ਸਮਝ ਸਭ ਨੂੰ ਹੈ ਪਰ ਬੋਲਣਾ ਕੋਈ ਨਹੀਂ ਚਾਹੁੰਦਾ। ਕਿਉਂਕਿ ਉਹਨਾਂ ਦੀ ਜੇ ਐਜੂਕੇਸ਼ਨ ਦੇਖੋ ਤਾਂ ਬੜੇ ਐਜੂਕੇਟਿਡ ਲੋਕ ਨੇ, ਔਰ ਉਹਨਾਂ ਦਾ ਜਿਹੜਾ ਕੈਰੀਅਰ ਰਿਹਾ ਹੈ ਐਜ਼ ਅ ਸਟੂਡੈਂਟ ਬਹੁਤ ਵਧੀਆ ਰਿਹਾ। ਫਿਰ ਉਹ ਕਿਹੜੇ ਹਾਲਾਤ ਸੀ? ਔਰ ਉਸੇ ਤਰ੍ਹਾਂ ਹੀ ਨਸ਼ਾ ਤਸਕਰ, ਮਤਲਬ ਕਿਹਦਾ ਜੀ ਕਰਦਾ ਕਿ ਇੱਦਾਂ ਦੇ ਪੁੱਠੇ ਕੰਮ ਕਰੇ? ਉਹਨਾਂ ਨੂੰ ਕਿਹਨੇ ਲਾਇਆ ਇਹਨਾਂ ਕੰਮਾਂ ਦੇ ਵਿੱਚ? ਇਹਦਾ ਪ੍ਰੋਫਿਟ ਕੌਣ ਲੈਂਦਾ ਹੈ? ਔਰ ਜਿਹੜਾ ਆ ਪੈਸਾ ਇਹ ਕਿੱਧਰ ਲਗਾਇਆ ਜਾਂਦਾ? ਕੁਝ ਲੋਕ ਦੱਸਦੇ ਨੇ ਕਿ ਗੈਂਗਸਟਰਸ ਔਰ ਨਸ਼ਾ ਤਸਕਰ ਇਹ ਦੋਵਾਂ ਕੰਬੀਨੇਸ਼ਨ ਆ, ਉਹ ਪੈਸਾ ਗੈਂਗਸਟਰਸ ਦੇ ਉੱਤੇ
ਲੱਗਦਾ, ਉਹਨਾਂ ਨੂੰ ਐਸਟੈਬਲਿਸ਼ ਕਰਨ ਵਾਸਤੇ ਲੱਗਦਾ ਜਿਹੜਾ ਨਸ਼ਿਆਂ ਤੋਂ ਪੈਸਾ ਕਮਾਉਂਦਾ ਹੀ ਹੈ ਉਹ ਕੰਪਨੀ ਕਵਾਂਗੇ ਜਿਹੜੀ ਉਹਨਾਂ ਨੇ ਆਪ ਖੋਲ ਕੇ ਬੈਠੇ ਹੋਏ ਨੇ, ਜਿਹੜੇ ਵੀ ਇਸ ਕੰਪਨੀ ਦੇ ਮਾਲਕ ਨੇ, ਉਹ ਕਿੰਗ ਪਿੰਸ ਕੌਣ ਨੇ, ਨੋਬਡੀ ਨੋਜ਼। ਜੇ ਕੋਈ ਜਾਣਦਾ ਹੈ ਤੁਹਾਡੇ ਵਾਲੀ ਗੱਲ ਆ ਜਾਂਦੀ ਹੈ, ਉਹ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਉਹਨੂੰ ਆਪਣੀ ਜਾਨ ਦਾ ਖਤਰਾ ਹੈ, ਆਪਣੇ ਪਰਿਵਾਰ ਦੀ ਜਾਨ ਦਾ ਖਤਰਾ ਹੈ, ਇਸ ਕਰਕੇ ਸਭ ਚੁੱਪ ਨੇ। ਪਰ ਇਹ ਕੰਮ ਚੱਲ ਰਿਹਾ, ਸਰੇਆਮ ਚੱਲ ਰਿਹਾ। ਇਸ ਮਾਹੌਲ ਦੇ ਵਿੱਚ ਡੀਜੀਪੀ ਗੌਰਵ ਯਾਦਵ ਕੀ ਕਰ ਸਕਦੇ ਨੇ? ਦੇਖੋ, ਕਰਨ ਨੂੰ ਤੇ ਬਹੁਤ ਕੁਝ ਹੋ ਸਕਦਾ ਹੈ, ਇਦਾਂ ਨਹੀਂ ਹੈਗਾ ਕਿ ਨਹੀਂ, ਕਿਉਂਕਿ ਇਸ ਸਮੇਂ ਸਰਕਾਰ ਦਾ ਜਿਹੜਾ ਮੰਸ਼ਾ ਤੇ ਐਡਮਿਨਿਸਟ੍ਰੇਟਿਵ ਦਾ ਮੰਸ਼ਾ ਮੈਨੂੰ ਲੱਗਦਾ ਕਿ ਟਿਊਨਿੰਗ ਦੇ ਵਿੱਚ ਆ। ਸੋ ਕੀਤਾ ਤਾਂ ਬਹੁਤ ਕੁਝ ਜਾ ਸਕਦਾ, ਪਰ ਉਹੀ ਗੱਲ ਹੈ ਨਾ ਕਿ ਰਿਜ਼ਲਟ ਹੱਲੇ ਲੰਬੇ ਸਮੇਂ ਦੇ ਵਿੱਚ ਆਉਣਗੇ। ਇਹ ਰਿਜ਼ਲਟ ਇਦਾਂ ਨਹੀਂ ਵੀ ਅੱਜ ਸ਼ੁਰੂ ਕਰ ਲਿਆ ਤੇ ਅੱਜ ਰਿਜ਼ਲਟ ਆਉਣੇ ਸ਼ੁਰੂ ਹੋ ਗਏ। ਇਹ ਰਿਜ਼ਲਟ ਸਾਨੂੰ ਸਾਲ ਬਾਅਦ, 1.5 ਸਾਲ ਬਾਅਦ ਰਿਜ਼ਲਟ ਰਿਪੋਰਟ ਦੱਸਣੀ ਪੈਣੀ ਆ ਕਿ ਅਸੀਂ ਕਿੱਥੇ ਪਹੁੰਚੇ ਹਾਂ, ਕਿੱਦਾਂ ਪਹੁੰਚੇ ਹਾਂ। ਸੋ ਇੱਥੇ ਹੁਣ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਹਾਲਾਂਕਿ ਅਸੀਂ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਲਗਾਤਾਰ ਇਹ ਕਹਿਣ ਰਹੀ ਹੈ ਕਿ ਅਸੀਂ ਬੜੇ ਸੰਜੀਦਾ ਇਸ ਮਾਮਲੇ ਨੂੰ। ਜੇ ਸੰਜੀਦਾ ਤੇ ਰਿਜ਼ਲਟ 1.5 ਸਾਲ ਦੇ ਬਾਅਦ ਤੇਰੇ ਪਤਾ ਲੱਗਣੇ ਚਾਹੀਦੇ ਆ ਨਾ, ਤੂੰ 1.5 ਸਾਲ ਲੱਗ ਸਕਦਾ, ਸਾਲ 1.5 ਸਾਲ ਲੱਗ ਸਕਦਾ, ਉਸ ਤੋਂ ਬਾਅਦ ਰਿਜ਼ਲਟ ਪਤਾ ਲੱਗਦਾ, ਕਿਉਂਕਿ ਇੱਕ ਦਿਨ ਦੀ ਪਨੀਰੀ ਨਹੀਂ ਗਈ। ਇਹਨੂੰ ਕਹਿੰਦੇ ਨਾ ਵੀ ਹੌਲੀ ਹੌਲੀ ਨਿੱਤਰ ਕੇ 1.5 ਸਾਲ ਦੇ ਵਿੱਚ ਪਤਾ ਲੱਗਣਾ। ਬਿਲਕੁਲ ਸਹੀ ਗੱਲ ਹੈ। ਹਜੇ ਤੇ ਪੰਜਾਬ ਸਰਕਾਰ ਕੈਨੇਡਾ ਦੀ ਸਰਕਾਰ ਨਾਲ ਗੱਲ ਕਰ ਰਹੀ ਹੈ ਕਿ ਗੋਲਡੀ ਬਰਾੜ, ਲੰਡਾ, ਹੋਰ ਵੀ ਜਿਹੜੇ ਉੱਥੇ ਗੈਂਗਸਟਰਸ ਬੈਠੇ ਨੇ ਪੰਜਾਬ ਦੇ, ਔਰ ਸੂਚੀ ਜਾਰੀ ਹੋਈ ਸੀ 11 ਬੰਦੇ ਦੀ, ਜਿਹਦੇ 'ਚ 9 ਬੰਦੇ ਪੰਜਾਬੀ ਨੇ ਗੈਂਗਸਟਰ ਉੱਥੇ ਕੈਨੇਡਾ ਦੀ ਧਰਤੀ ਦੇ ਉੱਤੇ। ਪੰਜਾਬ ਸਰਕਾਰ ਗੱਲ ਕਰ ਰਹੀ ਹੈ ਕਿ ਉਹਨਾਂ ਨੂੰ ਸਾਡੇ ਹਵਾਲੇ ਕੀਤਾ ਜਾਵੇ, ਅਸੀਂ ਅੱਗੇ ਮਸਲੇ ਨੂੰ ਕਿਵੇਂ ਨਜਿੱਠਣਾ ਉਹ ਸਾਡਾ ਕੰਮ ਹੈ ਦੇਖਣਾ। ਸੋ ਉਹ ਵੀ ਗੱਲਬਾਤ ਜਾਰੀ ਹੈ। ਤੁਸੀਂ ਠੀਕ ਕਹਿ ਰਹੇ ਹੋ, ਆਉਣ ਵਾਲਾ ਸਮਾਂ ਦੱਸੇਗਾ। ਸੋ ਮਜੀਠੀਆ ਸਾਹਿਬ ਦੀ ਜ਼ਮਾਨਤ ਹੋ ਗਈ ਹੈ ਹਾਈ ਕੋਰਟ ਤੋਂ, ਘਰ ਪਹੁੰਚ ਗਏ ਨੇ। ਵਾਕਈ ਦੇਖੋ, ਫੈਸਲਾ ਬੜੇ ਚਿਰ ਤੋਂ ਰਾਖਵਾਂ ਸੀਗਾ, ਕਦੀ ਕੋਈ ਬਦਲ ਜਾਂਦਾ ਸੀ, ਕਦੀ ਕੋਈ ਬਦਲ ਜਾਂਦਾ ਸੀਗਾ। ਤੇ ਕੱਲ 6:30 ਵਜੇ 6:20 ਦੇ ਉੱਤੇ ਉਹਨਾਂ ਨੂੰ ਜ਼ਮਾਨਤ ਹੋ ਗਈ ਉਹਨਾਂ ਦੀ। ਉਹ ਪਹਿਲਾਂ ਚੰਡੀਗੜ੍ਹ ਆਪਣੀ ਰਿਹਾਇਸ਼ ਤੇ ਗਏ ਆ। ਅੱਜ ਆਪਾਂ ਫੋਟੋਆਂ ਵੀ ਦੇਖਦੇ ਸੀ ਕਿ ਰੱਖੜੀ ਬਣਾਈ ਆ ਉਹਨਾਂ ਨੇ, ਨਿਆਣੇ ਮਿਲੇ ਆ। ਨਿਕਲਦੇ ਸਾਰ ਉਹਨਾਂ ਨੇ ਬੜੀਆਂ ਗੱਲਾਂ ਕਹੀਆਂ, ਬੜੀਆਂ ਕਰਾਰੀਆਂ ਗੱਲਾਂ ਸੀ, ਤੁਸੀਂ ਵੀ ਸੁਣੀਆਂ ਹੋਣੀਆਂ ਗੱਲਾਂ। ਬਿਲਕੁਲ। ਕਹਿੰਦੇ ਕਿ ਵੀ ਜਿਹਨੇ ਮੈਨੂੰ ਫੜਾਇਆ ਸੀਗਾ ਕਿਤੇ, ਉਹ ਪਹਿਲਾਂ ਉਹਨਾਂ ਨੇ ਇਹੀ ਗੱਲ ਕਹੀ, ਉਹ ਪਹਿਲਾਂ ਹਮੇਸ਼ਾ ਹੀ ਕਹਿੰਦੇ ਆ ਵੀ ਸਿਆਸੀ ਬਦਲਾਖੋਰੀ ਸੀਗੀ। ਫਿਰ ਉਹ ਕਹਿੰਦੇ ਆ ਵੀ ਜਿਹਨੇ ਮੈਨੂੰ ਫੜਾਇਆ ਸੀ ਉਹ ਆਪ ਤਾਂ ਲੱਭਦਾ ਨਹੀਂ, ਆਪ ਤਾਂ ਇੱਕ ਅਮਰੀਕਾ ਜਾ ਕੇ ਤੁਰਿਆ ਫਿਰਦਾ, ਤੇ ਦੂਸਰਾ ਕਹਿੰਦੇ ਮੇਰੇ ਗੁਆਂਢ 'ਚ ਸੀਗਾ, ਉਹ ਵੀ ਕੰਧਾਂ ਦੇ ਨਾਲ ਠੇਡੇ ਖਾਂਦਾ ਫਿਰਦਾ। ਸਿੱਧੂ ਸਾਹਿਬ ਦੀ ਗੱਲ ਕਰਦੇ ਸੀਗੇ। ਇੱਕ ਡਰੱਗ ਦਾ ਮਾਮਲਾ ਜਿਹੜਾ ਆਪਾਂ ਕਹਿੰਦੇ ਕਿ ਬੜੇ ਲੰਬੇ ਸਮੇਂ ਤੋਂ ਲਟਕਦਾ ਆ, ਸਰਕਾਰਾਂ ਦੇ ਕੋਲ ਕੁਝ ਵੀ ਨਹੀਂ ਸੀਗਾ। ਜਿਹੜੀ ਇੱਕ ਆਪਾਂ ਕਹਿੰਦੇ ਚਾਰਜ ਸ਼ੀਟ ਬਣਾਈ ਸੀਗੀ ਨਾ, ਉਹ ਚਾਰਜ ਸ਼ੀਟ ਬੜੇ ਵੱਡੇ ਪੰਨਿਆਂ ਦੀ ਸੀਗੀ, ਕੁਛ 100 ਪੰਨਿਆਂ ਦੀ ਸੀਗੀ। ਹਾਂਜੀ। ਉਹਨਾਂ ਪੰਨਿਆਂ ਦੇ ਵਿੱਚ ਜੇ ਤੁਸੀਂ ਪੜ੍ਹਨਾ ਸੀ, ਮਾਮਲਾ ਸਿਰਫ ਤੇ ਸਿਰਫ ਅਖੀਰ ਦੇ ਵਿੱਚ ਜਾ ਕੇ ਸੀਗਾ ਕਿ ਛੋਟਾ ਜਿਹਾ ਮਾਮਲਾ ਆਉਂਦਾ ਆ। ਬੜੇ ਸਾਰੇ ਜਿਹੜੇ ਅਟਾਰਨੀਜ਼ ਨੇ ਉਹ ਕਹਿੰਦੇ ਸੀ ਕਿ ਇਹ ਬਣਦਾ ਹੀ ਨਹੀਂ ਮਸਲਾ। ਫਿਰ ਜਿੱਥੇ ਉਹਨਾਂ ਦੀ ਚਾਰਜ ਸ਼ੀਟ ਹੋਈ ਸੀਗੀ, ਕਹਿੰਦੇ ਜੀ ਉਹ ਥਾਣਾ ਹੀ ਨਵਾਂ ਸੀਗਾ, ਉੱਥੇ ਦੂਸਰੀ FIR ਇਹ ਸੀਗੀ ਕੱਟੀ ਹੋਈ, ਪਹਿਲੀ ਕਿਤੇ 2 ਸਾਲ ਪਹਿਲਾਂ ਕੱਟੀ ਸੀ ਕਿਸੇ ਦੀ। ਵਾਕਈ ਮਸਲਾ ਤੇ ਸਿਆਸੀ ਬਦਲਾਖੋਰੀ ਦਾ ਸੀਗਾ। ਪਰ ਜਾਂਦੇ ਜਾਂਦੇ ਚਲੋ ਕੰਮ ਕਰ ਗਏ, ਆਪਾਂ ਕਹਿ ਲਈਏ ਕਿ ਚੰਨੀ ਸਾਹਿਬ ਕਰ ਗਏ ਜਾਂ ਚੰਨੀ ਸਾਹਿਬ ਤੋਂ ਕਰਾ ਲਿਆ, ਕਿਉਂਕਿ ਜਿਵੇਂ ਮਜੀਠੀਆ ਸਾਹਿਬ ਨਿਕਲਦੇ ਕਹਿੰਦੇ ਆ ਵੀ ਉਹ ਤਾਂ ਹੁਣ ਲੱਭਦਾ ਨਹੀਂ, ਨਾ ਉਹ 3 ਚੋਂ 13 ਚੋਂ, ਨਾ ਕਿਤੇ ਉਹ ਸਪੇਰਾਂ ਚੋਂ, ਨਾ ਬੇਰਾਂ ਚੋਂ। ਤੇ ਉਹ ਕਹਿੰਦੇ ਵੀ ਹੁਣ ਉਹ ਚਲਾ ਗਿਆ ਤੇ ਮੈਨੂੰ ਹੁਣ ਲੱਭਦਾ ਨਹੀਂ। ਕਹਿੰਦੇ ਵੀ ਅਸੀਂ ਹੁਣ ਕਰਕੇ ਦਿਖਾਵਾਂਗੇ ਤੁਹਾਨੂੰ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ। ਦੇਖੋ, ਹਾਂਜੀ ਹਾਂਜੀ, ਚਲੋ ਜੇ ਉਹ ਕਰ ਦੇਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਤੇ ਸਾਡੇ ਲੋਕਾਂ ਨੂੰ ਵੀ ਪਤਾ ਲੱਗ ਜੂ। ਚਲੋ ਸਿਆਸੀ ਬਦਲਿਆਂ ਤੋਂ ਪਤਾ ਲੱਗਣਾ ਹੀ ਲੱਗਣਾ, ਪਰ ਸਾਨੂੰ ਵੀ ਜ਼ਰੂਰ ਪਤਾ ਲੱਗੂਗਾ ਵੀ ਐਡਾ ਡਰੱਗ ਪੈਡਲਿੰਗ ਕਿੱਦਾਂ ਹੋਈ ਪੰਜਾਬ ਦੇ ਵਿੱਚ, ਕਿੱਦਾਂ ਹੋਈ, ਤੁਹਾਡੇ ਨਾਂ ਕਿੱਦਾਂ ਵੱਜਦੇ, ਤੁਹਾਡੀਆਂ ਗੱਡੀਆਂ ਉਹਨਾਂ ਨੇ ਕਿੱਦਾਂ ਵਰਤ ਲਈਆਂ ਜਿੱਦਾਂ ਉਹ 'ਚ ਲਿਖਿਆ ਹੋਇਆ ਵੀ। ਤੇ ਇਹ ਸਭ ਕੁਝ ਸਾਨੂੰ ਵੀ ਪਤਾ ਲੱਗ ਜਾਵੇ। ਸਹੀ ਗੱਲ ਹੈ। ਮੈਨੂੰ ਚੇਤਾ ਆਉਂਦਾ ਕਿ ਵੱਡੇ ਬਾਦਲ ਸਾਹਿਬ ਨੇ ਇੱਕ ਵਾਰੀ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ, ਜਿੱਥੇ ਸੁਖਬੀਰ ਬਾਦਲ ਵੀ ਮੌਜੂਦ ਸੀਗੇ ਤੇ ਵਿਕਰਮ ਮਜੀਠੀਆ ਵੀ, ਕਿ ਤੁਹਾਨੂੰ ਸਭ ਕੀਤਾ ਕਰਾ ਮਿਲ ਗਿਆ, ਪਾਰਟੀ ਬਣੀ ਬਣਾਈ ਮਿਲ ਗਈ, ਕਦੀ ਜੇਲ੍ਹ ਗਏ ਹੋ, ਅਸੀਂ ਤੇ ਜਾ ਕੇ ਆਏ ਹਾਂ। ਮੇਰਾ ਖਿਆਲ ਹੁਣ ਮਜੀਠੀਆ ਸਾਹਿਬ ਕਹਿ ਸਕਦੇ ਨੇ ਵੱਡੇ ਬਾਦਲ ਸਾਹਿਬ ਨੂੰ ਕਿ ਆਪਾਂ ਵੀ ਜੇਲ੍ਹ ਦਾ ਗੇੜਾ ਲਾ ਆਏ ਹਾਂ। ਚਲੋ ਹੁਣ ਕਹਿ ਸਕਦੇ ਨੇ। ਹੁਣ ਅੱਗੇ ਤੁਹਾਨੂੰ ਕੀ ਲੱਗਦਾ ਕਿ ਕੀ ਪੋਲੀਟੀਕਲ ਕੈਰੀਅਰ ਰਹੇਗਾ? ਕਿਉਂਕਿ ਮੈਂ ਇਸ ਕਰਕੇ ਕਹਿ ਰਿਹਾ ਕਿ ਪਾਰਟੀ ਦੇ ਅੰਦਰ, ਕਿਉਂਕਿ ਸਾਰੀ ਭੰਗ ਕੀਤੀ ਗਈ ਹੈ, ਸੁਖਬੀਰ ਬਾਦਲ ਜੀ ਨੇ ਭੰਗ ਕੀਤਾ ਹੋਇਆ ਸਭ ਕੁਝ, ਝੁੰਦਾ ਕਮੇਟੀ ਦੀ ਸਾਰੀ ਰਿਪੋਰਟ ਨੂੰ ਲੈ ਕੇ। ਤੇ ਇਸ ਵਕਤ ਕੀ ਬਣਤਰ ਬਣੇਗੀ ਤੇ ਕੀ ਲੱਗਦਾ ਕਿ ਵਿਕਰਮ ਮਜੀਠੀਆ ਦਾ ਹੈਵੀ ਵੇਟ ਹੈਗੇ ਨੇ ਲੀਡਰ, ਕੀ ਬਣੇਗਾ? ਦੇਖੋ, ਮਾਝੇ ਦਾ ਜਰਨੈਲ ਕਿਹਾ ਜਾਂਦਾ ਬਿਲਕੁਲ ਵਿਕਰਮ ਮਜੀਠੀਆ ਨੂੰ। ਹੁਣ ਤੁਸੀਂ ਦੇਖੋ ਕਿ ਪਾਰਟੀ ਦੀਆਂ ਬਗਾਵਤੀ ਸੁਰਾਂ ਕਿੱਥੋਂ ਸ਼ੁਰੂ ਹੋਈਆਂ? ਮਾਝੇ ਤੋਂ ਸ਼ੁਰੂ ਹੋਈਆਂ। ਸੋ ਵੱਡਾ ਰੋਲ ਅਦਾ ਕਰ ਸਕਦੇ ਆ ਪੰਜਾਬ, ਕਿਉਂਕਿ ਮੈਨੂੰ ਲੱਗਦਾ ਕਿ ਅੱਜ ਖਬਰਾਂ ਵੀ ਆ ਵਿੱਚ ਨਿਕਲਦੀਆਂ ਕਿ ਸੁਖਬੀਰ ਬਾਦਲ ਨੂੰ ਸੁੱਖ ਦਾ ਸਾਹ ਆਇਆ। ਸੁੱਖ ਦਾ ਸਾਹ ਹੁੰਦਾ ਕਿ ਵਾਕਈ ਤੁਸੀਂ ਨਾ ਦੇਖੋ, ਇੱਕ ਪਾਰਟੀ ਦੇ ਵਿੱਚ 3 ਮੈਚੋਰ ਲੀਡਰ ਜ਼ਰੂਰੀ ਆ, 3 ਨਹੀਂ ਤਾਂ ਚਲੋ 2 ਤੇ ਹੋਣ ਮਤਲਬ ਜਿਨ੍ਹਾਂ ਦੀ ਸੋਚ ਸੇਮ ਮਿਲਦੀ ਹੋਵੇ। ਸੋ ਇਹ ਕਹਿੰਦੇ ਕਿਤੇ ਸਾਲਾ ਤੇ ਜੀਜੇ ਦੀ ਦੋਨਾਂ ਦੀ ਸੋਚ ਕਹਿੰਦੇ ਮਿਲਦੀ ਆ। ਠੀਕ ਹੈ। ਸੋ ਇਹ ਉਸੇ ਤਰੀਕੇ ਦੇ ਨਾਲ ਕੰਮ ਕਰਨਗੇ।
ਪਾਰਟੀ ਦੇ ਵਿੱਚ ਜਗਮੀਤ ਬਰਾੜ ਜਿਹੜਾ ਵੱਡਾ ਨਾਮ ਹੈ, ਉਹਦੇ ਘਰ ਕੱਲ ਹੁੰਦੀ ਆ, ਮੀਟਿੰਗ ਹੁੰਦੀ ਹੈ, ਜਿਹਦੇ ਵਿੱਚ ਬੜੇ ਸਾਰੇ ਆਪਾਂ ਕਹਿ ਲਈਏ ਕਿ ਲੀਡਰ ਜਿਹੜੇ ਨੇ 3-4 ਲੀਡਰ ਜਿਹੜੇ ਨਾਮ ਦੇ ਲੀਡਰ ਨੇ, ਕਹਿੰਦੇ ਜੀ ਉਹ ਮੀਟਿੰਗ ਕਰਦੇ ਆ। ਉਹ ਮੀਟਿੰਗ ਜਿਹੜੀ ਆ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਹੁਣ ਕਿਤੇ ਨਾ ਕਿਤੇ ਪਾਰਟੀ ਜਿਹੜੀ ਆ ਸੰਗਰੂਰ ਜ਼ਿਮਨੀ ਚੋਣਾਂ ਦੇ ਵਿੱਚ ਵੀ ਕੁਝ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਇਹ ਵੱਡੀ ਗੱਲ ਆ। ਮੈਂ ਕਹਿੰਦਾ ਉਸ ਗੱਲ ਨੂੰ ਸਮਝਣਾ ਇਹ ਹੁਣ ਸੌਖਾ ਰਹੂਗਾ ਇਹਨਾਂ ਦੋਨਾਂ ਦੇ ਲਈ, ਕਿਉਂਕਿ ਜਦੋਂ ਕਹਿੰਦੇ ਨੇ ਇੱਕ ਮਿੰਟ ਦਾ 11 ਹੋ ਜਾਂਦੇ ਆ। ਲੀਡਰਸ਼ਿਪ ਨੂੰ ਬਚਾਉਣਾ, ਪਾਰਟੀ ਦੀ ਇਮੇਜ ਨੂੰ ਬਚਾਉਣਾ ਤੇ ਪਾਰਟੀ ਨੂੰ ਮਜ਼ਬੂਤ ਦੁਬਾਰਾ ਤੋਂ ਮਾਝੇ ਦੇ ਵਿੱਚ ਕਰਨਾ, ਮੈਨੂੰ ਲੱਗਦਾ ਇਹ ਬਿਕਰਮ ਮਜੀਠੀਆ ਕਰ ਸਕਦਾ, ਨਾ ਕਿ ਹੋਰ ਕੋਈ। ਦੇਖੋ ਬਾਗੀ ਸੁਰਾਂ ਵੀ ਹੈਗੀਆਂ ਨੇ, ਠੀਕ ਆ, ਉਹਨਾਂ ਬਾਗੀ ਸੁਰਾਂ ਨੇ ਵੀ ਕਾਫੀ ਮਾਈਲੇਜ ਲਿੱਤੀ ਹੋਈ ਹੈ ਔਰ ਇਸ ਵਕਤ ਕਿਉਂਕਿ ਰਾਸ਼ਟਰਪਤੀ ਦੀਆਂ ਚੋਣਾਂ ਤੱਕ ਨੂੰ ਵੰਗਾ ਰਿਹਾ ਹੈ। ਸੋ ਬਾਕੀ ਇਸ ਗੱਲ ਦੀ ਵੀ ਬਾਗੀ ਸੁਰ ਹੈ ਕਿ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਨਹੀਂ ਰਹਿਣੇ ਚਾਹੀਦੇ। ਜਦੋਂ ਤੱਕ ਇਹ ਪਾਰਟੀ ਪ੍ਰਧਾਨ ਨੇ, ਪਾਰਟੀ ਆਪਣੇ ਉਹ ਪੰਥਕ ਰਾਹਾਂ ਤੇ ਵਾਪਸ ਨਹੀਂ ਆ ਸਕਦੀ ਜੋ ਅਸਲੀ ਤਾਕਤ ਹੈ ਸ਼੍ਰੋਮਣੀ ਅਕਾਲੀ ਦਲ। ਦੇਖੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਮਨਪ੍ਰੀਤ ਇਆਲੀ ਤੇ ਹੋਰ ਬੜੇ ਸਾਰੇ ਨਾਮ ਜਿਵੇਂ ਜਗਮੀਤ ਬਰਾੜ ਵੀ ਹੈ, ਇਹਨਾਂ ਦੀ ਇੱਕ ਹੀ ਸੂਰੀ ਹੈ, ਇਹੀ ਕਹਿੰਦੇ ਆ ਵੀ ਜੇ ਪਾਰਟੀ ਦੇਖੋ 2 ਵਿਧਾਨ ਸਭਾ ਚੋਣਾਂ 'ਚ ਨਹੀਂ ਕੁਛ ਕਰ ਸਕੀ, ਫਿਰ ਉਸ ਤੋਂ ਬਾਅਦ ਰਾਜ ਸਭਾ ਚੋਣ ਦੇ ਵਿੱਚ ਨਹੀਂ ਕੁਛ ਕੀਤਾ, ਤੇ ਇਹਦਾ ਮਤਲਬ ਲੀਡਰਸ਼ਿਪ ਜਿਹੜੀ ਆ ਉਹਨੂੰ ਬਦਲਣ ਦੀ ਬਹੁਤ ਜ਼ਰੂਰਤ ਹੈ। ਪਰ ਭਾਰਤ ਮੈਂ ਕਹਿੰਦਾ ਇਸ ਮਾਮਲੇ ਦੇ ਵਿੱਚ ਬੜਾ ਕਹਿ ਲਿਆ ਕਿ ਬਦਕਿਸਮਤ ਆ। ਇੱਥੇ ਲੀਡਰ ਜਿਹੜੇ ਨੇ ਨਾ ਉਹ ਬੁੱਢੇ ਹੋ ਜਾਂਦੇ ਆ, ਉਹਨਾਂ ਨੂੰ ਫੜ ਕੇ ਠਾਲਿਆ ਜਾਂਦਾ ਆ, ਪਰ ਉਹ ਅਹੁਦੇ ਨਹੀਂ ਛੱਡਦੇ, ਉਹ ਅਸਤੀਫੇ ਨਹੀਂ ਦਿੰਦੇ। ਸਹੀ ਹੈ, ਇਹ ਬਹੁਤ ਮੰਦਭਾਗੀ ਗੱਲ ਹੈ ਭਾਰਤ ਦੀ ਸਿਆਸਤ ਦੀ। ਹੁਣ ਇਹੀ ਸਿਆਸਤ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈ। ਦੇਖੋ ਜੋ ਮਰਜ਼ੀ ਹੋ ਜਾਵੇ, ਇੱਧਰ ਤੋਂ ਉੱਧਰ ਹੋ ਜਾਵੇ, ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਬਾਦਲ ਹੁਣੀ ਜਿਹੜੇ ਨੇ ਉਹ ਅਹੁਦੇ ਤੋਂ ਅਸਤੀਫਾ ਦੇਣਗੇ, ਠੀਕ ਹੈ। ਔਰ ਜੇ ਸੁਖਬੀਰ ਬਾਦਲ ਉਸ ਅਹੁਦੇ ਤੋਂ ਅਸਤੀਫਾ ਵੀ ਦੇ ਦੇਣ, ਫਿਰ ਬਹੁਤ ਜ਼ਿਆਦਾ ਖਿਲਾਰੇ ਪੈ ਜਾਣੇ ਪਾਰਟੀ 'ਚ। ਸਹੀ, ਦੇਖੋ ਫਿਰ ਹਰ ਕਿਸੇ ਨੇ ਆਪਣੀ ਫਨ ਚੱਕਣੀ ਆ। ਹਾਲੇ ਤੱਕ ਥੋੜ੍ਹੇ ਲੋਕ ਫਨ ਚੱਕਦੇ ਨਾ, ਫਿਰ ਹਰ ਕੋਈ ਚੱਕਣਾ ਸ਼ੁਰੂ ਹੋ ਜਾਊਗਾ। ਪਰ ਇਸ ਫਨ ਨੂੰ ਦੱਬਣ ਦਾ ਵੀ ਉਹਨਾਂ ਨੇ ਫੈਸਲਾ ਕਰ ਲਿਆ। ਉਹ ਕਹਿੰਦੇ ਜੀ ਅਸੀਂ ਜਗਮੀਤ ਬਰਾੜ ਦੇ ਖਿਲਾਫ ਬੜੀ ਅਨੁਸ਼ਾਸਨੀ ਕਾਰਵਾਈ ਕਰਾਂਗੇ, ਯਾਨੀ ਕਿ ਹੁਣ ਉਹਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਊਗਾ। ਜਗਮੀਤ ਬਰਾੜ ਜਿਹੜੇ ਕਾਂਗਰਸ ਤੋਂ ਆਏ ਸੀਗੇ, ਕਾਂਗਰਸ ਤੋਂ ਵੀ ਨਾਰਾਜ਼ਗੀਆਂ ਸੀ ਉਹਨਾਂ ਦੀਆਂ, ਫਿਰ ਹੌਲੀ ਨਾਰਾਜ਼ਗੀਆਂ ਉਹਨਾਂ ਦੀਆਂ ਇੱਧਰ ਵੀ ਹੋ ਗਈਆਂ। ਹਾਂਜੀ, ਕਿਉਂਕਿ ਸੱਤਾ ਇਦਾਂ ਦੀ ਸ਼ੈ ਆ ਜਾਂ ਪੋਲੀਟੀਕਲ ਇਦਾਂ ਦੀ ਚੀਜ਼ ਆ ਜਿੱਥੇ ਤੁਸੀਂ ਜੀ ਹਜ਼ੂਰੀ ਨਹੀਂ ਨਾ ਕਰਦੇ ਜੇ ਉੱਪਰ ਵਾਲੇ ਨੂੰ, ਤਾਂ ਤੁਹਾਡੀ ਘਾਟੇ ਕਿਸੇ ਨਾਲ ਬਣਦੀ ਹੈ। ਹੁਣ ਜਗਮੀਤ ਬਰਾੜ ਦੇ ਨਾਲ ਤਾਂ ਇਹੀ ਹੋ ਗਿਆ, ਮਨਪ੍ਰੀਤ ਇਆਲੀ ਨਾਲ ਵੀ ਇਹ ਹੋਊਗਾ, ਪ੍ਰੋਫੈਸਰ ਚੰਦੂ ਮਾਜਰਾ ਦੇ ਨਾਲ ਵੀ ਇਹੀ ਹੋਣਾ ਆ। ਉਹ ਕਹਿੰਦੇ ਜੀ ਇਹ ਤਾਂ ਸ਼ੁਰੂਆਤ ਆ ਜਗਮੀਤ ਬਰਾੜ ਤੋਂ, ਅਸੀਂ ਹੌਲੀ ਬੜਾ ਵੱਡੀਆਂ ਕਾਰਵਾਈਆਂ ਕਰਨੀਆਂ। ਸੋ ਮਤਲਬ ਕਿ ਇਨ ਲਾਈਨ ਆ ਮਨਪ੍ਰੀਤ ਇਆਲੀ ਵੀ ਹੈਗਾ ਦਾਖਾਂ ਤੋਂ। ਪਰ ਦਾਖਾਂ ਤੋਂ ਦੇਖੋ 2 ਵਾਰ ਵਿਧਾਇਕ ਰਿਹਾ, ਹੁਣ ਸਾਰੀ ਪਾਰਟੀ ਤਕਰੀਬਨ ਇਹਨਾਂ ਦੀ ਹਾਰ ਗਈ ਇਸ ਵਾਰ ਵਿਧਾਨ ਸਭਾ ਦੇ ਵਿੱਚ। ਮਨਪ੍ਰੀਤ ਇਆਲੀ ਖੜਾ ਰਿਹਾ, ਮਤਲਬ ਕਿ ਉਹ ਬੰਦਾ ਕੰਮ ਕਰਦਾ ਆ। ਹੁਣ ਜਿਹਨੂੰ ਦੇਖੋ ਜਿਹੜਾ ਦੂਸਰੀ ਵਾਰ ਜਿੱਤਿਆ, ਲੋਕਾਂ ਨੇ ਤਾਂ ਆਪਦੇ ਬੰਦੇ ਕੋਲ ਕੰਮ ਕਰਾਉਣ ਆਉਣਾ, ਜੇ ਉਹ ਕੰਮ ਹੀ ਨਹੀਂ ਕਿਸੇ ਦਾ ਕਰਾ ਸਕਿਆ ਤਾਂ ਤੀਜੇ ਵਾਰੀ ਉਹ ਸੱਤਾ 'ਚ ਕਿਵੇਂ ਆ ਜਾਊਗਾ। ਮਨਪ੍ਰੀਤ ਇਆਲੀ ਇਹੀ ਕਹਿੰਦਾ ਬਾਰ-ਬਾਰ ਕਿ ਅਸੀਂ ਚਾਹੁੰਦੇ ਹਾਂ ਵੀ ਕੰਮ ਕਰੇ। ਉਹ ਕਹਿੰਦਾ ਵੀ ਪਿੱਛੇ ਸਾਡੀ ਸਰਕਾਰ ਦੇ ਨਾਲ ਬੜੇ ਸਮਝੌਤੇ ਸੀਗੇ, ਸਰਕਾਰ ਨੇ ਕੁਛ ਨਹੀਂ ਸਵਾਰਿਆ ਸਾਡਾ। ਹੁਣ ਕਹਿੰਦੇ ਜੀ ਇਹਨਾਂ ਨੇ ਬੀਜੇਪੀ ਨੂੰ ਫਿਰ ਦੁਬਾਰਾ ਸਮਰਥਨ ਦਿੰਦੇ ਫਿਰਦੇ, ਬੀਜੇਪੀ ਸਾਡਾ ਸਵਾਰਦੀ ਤਾਂ ਕੁਛ ਨਹੀਂ ਹੈਗੀ, ਸਾਡੇ ਕੰਮ ਨਹੀਂ ਕਰਾਉਂਦੀ। ਕਾਬਲੀਅਤ ਇੱਕ ਪਾਸੇ ਛਿੱਕੇ ਟੰਗ ਦਿਓ, ਉਹ ਤੁਹਾਡੀ ਉਹ ਗੱਲ ਬਿਲਕੁਲ ਠੀਕ ਆ ਜੀ ਹਜ਼ੂਰੀ। ਔਰ ਦੂਜਾ, ਕਿਸ ਬੰਦੇ ਨੂੰ ਕਿੱਥੇ ਸਮੀਕਰਨ ਬਿਠਾਉਣੇ ਆਉਂਦੇ ਨੇ, ਕਿੱਥੇ ਆਪਣੇ ਗੋਟੀਆਂ ਫਿੱਟ ਕਰਨੀਆਂ ਆਉਂਦੀਆਂ ਨੇ, ਇਹ ਗੱਲ ਚੱਲਦੀ ਆਪਾਂ ਸਾਰੇ ਜਾਣਦੇ ਹਾਂ। ਹੁਣ ਬਿਕਰਮ ਮਜੀਠੀਆ, ਤੁਹਾਡੀ ਇਹ ਗੱਲ ਮੈਨੂੰ ਬੜੀ ਪਿਆਰੀ ਵੀ ਲੱਗੀ ਹੈ ਜਿਹੜੀ ਤੁਸੀਂ ਕਿਹਾ ਕਿ ਜੀਜੇ ਤੇ ਸਾਲੇ ਦੀ ਸੋਚ ਇੱਕੋ ਜਿਹੀ ਹੈ। ਤੁਸੀਂ ਇਹ ਨਹੀਂ ਕਿਹਾ ਕਿ ਦੋਵੇਂ ਲੀਡਰਸ ਦੀ ਸੋਚ ਇੱਕੋ ਜਿਹੀ ਹੈ। ਖੈਰ ਉਹਨਾਂ ਦੀ ਪ੍ਰਾਈਵੇਟ ਲਾਈਫ ਰਿਸ਼ਤੇਦਾਰੀ ਤੇ ਆਪਾਂ ਗਏ ਹਾਂ। ਗੱਲ ਇਹ ਆ ਕਿ ਕੋਈ ਵੀ ਪਾਰਟੀ ਆ ਜਾਂ ਕੋਈ ਵੀ ਉਹਨਾਂ ਦੀ ਪਲੈਨਿੰਗ ਆ, ਜਾਂ ਤਾਂ ਤੁਸੀਂ ਆਪਣਾ ਪਰਿਵਾਰ ਦੇਖੋ ਤੇ ਜਾਂ ਤੁਸੀਂ ਪਾਰਟੀ ਨੂੰ ਦੇਖੋ, ਜਿੱਦਾਂ ਆਪਾਂ ਅਕਸਰ ਗੱਲ ਕਰਦੇ ਹਾਂ, ਜਾਂ ਦੇਸ਼ ਨੂੰ ਦੇਖੋ। ਤੁਸੀਂ ਕੀ ਦੇਖਣਾ ਚਾਹੁੰਦੇ ਹੋ? ਜੇ ਤਾਂ ਤੁਸੀਂ ਆਪਣੇ ਹੀ ਫਾਇਦੇ ਦੇਖਣੇ ਨੇ, ਆਪਣੇ ਮੁਤਾਬਿਕ ਕਿ ਮੇਰੀ ਚੌਧਰ ਕਾਇਮ ਰਵੇ, ਜਿੱਦਾਂ ਮੈਂ ਚਾਹੁੰਦਾ ਉੱਦਾਂ ਹੀ ਚੱਲੇ, ਫਿਰ ਤਾਂ ਉੱਦਾਂ ਚੱਲਣਾ ਚਾਹੂਗਾ ਤੁਸੀਂ। ਤੇ ਪਾਰਟੀ ਉਸ ਲੀਹਾਂ ਤੇ ਨਹੀਂ ਜਾ ਸਕਦੀ, ਕਿਉਂਕਿ ਜਿਹੜੀਆਂ ਤੁਸੀਂ ਪੰਥਕ ਕਮੇਟੀ ਦੀਆਂ ਗੱਲਾਂ ਕਰਦੇ ਹੋ, ਪੰਥਕ ਲੀਹਾਂ ਦੀ ਗੱਲ ਕਰਦੇ ਹੋ, ਉਹ ਸਿਰਫ ਗੱਲਾਂ ਨਾਲ ਨਹੀਂ ਹੁੰਦੀ, ਉਹਦੀ ਸੋਚ ਵੀ ਹੋਣੀ ਚਾਹੀਦੀ ਹੈ, ਮਾਈਂਡ ਸੈੱਟ ਵੀ ਹੋਣਾ ਚਾਹੀਦਾ ਨਾ ਤੁਹਾਡਾ, ਉਹ ਅੰਦਰ ਦਾ ਸੁਭਾਅ ਵੀ ਤੁਹਾਡਾ ਹੋਣਾ ਚਾਹੀਦਾ। ਜੇ ਤੁਹਾਡੇ ਸੁਭਾਅ ਦੇ ਵਿੱਚ, ਜੇ ਸੁਖਬੀਰ ਬਾਦਲ ਜੀ ਦੇ ਸੁਭਾਅ ਦੇ ਵਿੱਚ ਉਹ ਪੰਥਕ ਦੇ ਸੰਸਕਾਰ ਨਹੀਂ ਹੈਗੇ, ਉਹਨਾਂ ਦਾ ਮਾਈਂਡ ਸੈੱਟ ਉਹ ਨਹੀਂ ਹੈਗਾ, ਤੇ ਫਿਰ ਉਹ ਗੱਲਾਂ ਕਰਨ ਨਾਲ ਤੇ ਪੰਥਕ ਕਮੇਟੀ ਨਹੀਂ ਬਣ ਸਕਦੀ। ਉੱਦਾਂ ਦਾ ਆਗੂ ਵੀ ਤਾਂ ਚਾਹੀਦਾ ਨਾ, ਉਸ ਸੋਚ ਦਾ ਮਾਲਕ ਵੀ ਤਾਂ ਚਾਹੀਦਾ। ਜੇ ਉਸ ਸੋਚ ਦਾ ਮਾਲਕ ਹੀ ਨਹੀਂ ਹੈਗਾ ਤੇ ਉਹ ਕਿੱਥੋਂ ਬਣਨ ਲੱਗੀ ਆ। ਗੱਲ ਇਹ ਆ ਕਿ ਜਿਹੜੀਆਂ ਗੱਲਾਂ ਕਰਦੇ ਨੇ ਕਿ ਪਾਰਟੀ ਨੂੰ ਸਟਰੋਂਗ ਕਰਨਾ, ਫਿਰ ਪੰਥ ਦੀਆਂ ਰਾਹਾਂ ਤੇ ਤੋਰਨਾ, ਕਿਉਂਕਿ ਖੇਤਰੀ ਪਾਰਟੀ ਹੈ ਪੰਜਾਬ ਦੀ, ਜੋ ਸਾਡਾ 100 ਸਾਲਾਂ ਦਾ ਇਤਿਹਾਸ ਹੈ, ਉਸ ਇਤਿਹਾਸ ਨੂੰ ਅਸੀਂ ਦੁਹਰਾਉਣਾ, ਜਿੱਥੋਂ ਅਸੀਂ ਸ਼ੁਰੂ ਹੋਏ ਸੀ, ਅਸੀਂ ਸ਼ਹੀਦੀਆਂ ਦਿੱਤੀਆਂ ਨੇ, ਉਸ ਰੂਪ ਦੇ ਵਿੱਚ ਕਾਇਮ ਕਰਨਾ, ਤੇ ਫਿਰ ਉਹ ਆਗੂ ਵੀ ਉੱਦਾਂ ਦਾ ਚਾਹੀਦਾ। ਫਿਰ ਕਿਤੇ ਨਾ ਕਿਤੇ ਜਿਹੜੇ ਵਿਰੋਧੀ ਸੁਰ
ਬਾਗੀ ਸੁਰ ਉਹ ਠੀਕ ਕਹਿੰਦੇ ਨੇ ਕਿ ਲੀਡਰਸ਼ਿਪ ਬਦਲਣੀ ਚਾਹੀਦੀ ਹੈ ਔਰ ਉਸ ਲੀਡਰ ਨੂੰ ਅੱਗੇ ਲੈ ਕੇ ਆਓ ਜਿਹੜਾ ਵਾਕਈ ਉਸ ਸੋਚ ਦਾ ਮਾਲਕ ਹੈ ਜੀ। ਜੇ ਉਸ ਸੋਚ ਦਾ ਮਾਲਕ ਨਹੀਂ, ਜੇ ਸੁਖਬੀਰ ਬਾਦਲ ਉਸ ਸੋਚ ਦੇ ਮਾਲਕ ਨਹੀਂ, ਵਿਕਰਮ ਮਜੀਠੀਆ ਉਸ ਸੋਚ ਦੇ ਮਾਲਕ ਨਹੀਂ, ਕਿਉਂਕਿ ਜੇ ਸੁਖਬੀਰ ਬਾਦਲ ਪ੍ਰਧਾਨ ਨੇ ਤਾਂ ਵਿਕਰਮ ਮਜੀਠੀਆ ਵੀ ਪ੍ਰਧਾਨ ਹੀ ਨੇ, ਉਹ ਕੋਈ ਉਪ ਪ੍ਰਧਾਨ ਨਹੀਂ ਹੈਗੇ, ਇਕੁਅਲ ਨੇ। ਭਾਵੇਂ ਕਹਿਣ ਨੂੰ ਉਹ ਉਪ ਪ੍ਰਧਾਨ ਹੋ ਸਕਦੇ ਨੇ ਬਟ ਬੋਥ ਆਰ ਦ ਸੇਮ। ਇਸ ਕਰਕੇ ਜੇ ਦੋਵਾਂ ਦੀ ਸੋਚ ਪੰਥ ਦੀ ਸੋਚ ਨਹੀਂ ਹੈ ਤਾਂ ਇਹ ਗੱਲ ਭੁੱਲ ਜਾਈਏ ਕਿ ਕਦੀ ਵੀ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਰਾਹ ਤੇ ਤੁਰ ਸਕਦਾ, ਕਿਉਂਕਿ ਦੋਵਾਂ ਦੀ ਸੋਚ ਜੇ ਨਹੀਂ ਹੈਗੀ ਪੰਥ ਦੀ ਸੋਚ। ਪਰ ਜੇ ਸੋਚ ਵਾਲਾ ਬੰਦਾ ਲੈ ਕੇ ਆਉਣਾ, ਹੁਣ ਇਹਦੇ ਵਿੱਚੋਂ ਚੁਣਨਾ ਪਏਗਾ ਕਿ ਤੁਸੀਂ ਪੰਥ ਦੀਆਂ ਲੀਹਾਂ ਤੇ ਜਾਣਾ ਜਾਂ ਫਿਰ ਜਿਹੜੀ ਇਹ ਮਾਡਰਨ ਲੀਡਰਸ਼ਿਪ ਹੈ ਉਹਦੇ ਮੁਤਾਬਿਕ ਚੱਲਣਾ, ਫਿਰ ਉਹਦੇ ਮੁਤਾਬਿਕ ਹੀ ਪਬਲਿਕ ਨੇ ਐਕਸੈਪਟ ਕਰਨਾ। ਜੀ, ਜਿਵੇਂ ਅੱਜ ਪਬਲਿਕ ਨੇ ਰਿਜੈਕਟ ਕੀਤਾ, ਅੱਗੇ ਵੀ ਰਿਜੈਕਟ ਹੀ ਕਰੇਗੀ ਜੇ ਤੁਸੀਂ ਪੁਰਾਣੀਆਂ ਲੀਹਾਂ ਤੇ ਤੁਰੋਗੇ। ਕਿਉਂਕਿ ਜਿਵੇਂ ਆਪਾਂ ਕਹਿੰਦੇ ਨਾ 올ਡ ਵਾਈਨ ਨਿਊ ਬੋਟਲ, ਨਵੀਂ ਬੋਤਲ ਦੇ ਵਿੱਚ ਜੇ ਪੁਰਾਣੀ ਤੁਸੀਂ ਸ਼ਰਾਬ ਪਾ ਦਿਓਗੇ, ਲੋਕਾਂ ਨੂੰ ਪਤਾ ਹੈ, ਲੋਕੀ ਕਿਹੜਾ ਬੇਵਕੂਫ ਨੇ, ਉਹਨਾਂ ਨੂੰ ਪਤਾ ਕਿ ਕੀ ਹੋਣ ਜਾ ਰਿਹਾ। ਉਹਨਾਂ ਨੇ ਕਹਿਣਾ ਸਭ ਕੁਝ ਉਹੀ ਹੋਏਗਾ ਜੋ ਪਹਿਲਾਂ ਹੁੰਦਾ ਰਿਹਾ, ਨਾਂ ਬਦਲ ਦਿੱਤਾ, ਸਟਰਕਚਰ ਬਦਲ ਦਿੱਤਾ, ਲੇਕਿਨ ਬੰਦੇ ਤਾਂ ਉਹੀ ਨੇ ਨਾ, ਤੇ ਬੰਦਿਆਂ ਨੇ ਉਹੀ ਕਰਨਾ ਜੋ ਉਹਨਾਂ ਦੇ ਸੁਭਾਅ ਨੇ। ਤੇ ਇਸ ਕਰਕੇ ਜੇ ਨਵੀਂ ਚੀਜ਼ ਚਾਹੀਦੀ ਆ ਤਾਂ ਨਵੇਂ ਬੰਦੇ ਲਿਆਉਣੇ ਪੈਣਗੇ। ਪੁਰਾਣੇ ਬੰਦੇ, ਪੁਰਾਣੀ ਸਟ੍ਰੈਟਜੀ, ਪੁਰਾਣੇ ਨਿਯਮ ਨਾਲ ਨਵੇਂ ਰਿਜ਼ਲਟ ਕਦੀ ਨਹੀਂ ਆ ਸਕਦੇ। ਵਾਕਈ ਤੁਹਾਡੀ ਗੱਲ ਤੇ ਬੜੀ ਦੁਰਸਤ ਹੈ। ਅੱਛਾ, ਅੱਗੇ ਕੋਈ ਹੋਰ ਖਬਰ ਦੱਸੋ। ਹੁਣ ਇਹ ਤਾਂ ਆਪਾਂ ਬਹੁਤ ਡਿਸਕਸ ਇੱਕ ਵਰਲਡ ਨਿਊਜ਼ ਮੈਨੂੰ ਬੜੀ ਅੱਛੀ ਲੱਗੀ ਸੀ। ਇੱਕ ਮੈਕਸੀਕੋ ਦੇ ਜਿਹੜੇ ਰਾਸ਼ਟਰਪਤੀ ਨੇ ਆਂਦਰੇਸ ਮੈਨੂਅਲ, ਉਹਨਾਂ ਨੇ ਇੱਕ ਪ੍ਰਸਤਾਵ ਲਿਖਿਆ ਹੈ। ਉਹ ਲਿਖਣਾ ਚਾਹੁੰਦੇ ਨੇ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਜੀ। ਉਹ ਪ੍ਰਸਤਾਵ ਇਹ ਦੇਣਾ ਚਾਹੁੰਦੇ ਨੇ ਵਿਸ਼ਵ ਸ਼ਾਂਤੀ ਵਾਸਤੇ। ਉਹ ਕਹਿੰਦੇ ਕਿ ਉਹਨਾਂ ਵਿਸ਼ਵ ਸ਼ਾਂਤੀ ਇੱਕ ਕਮਿਸ਼ਨ ਬਣਾਇਆ ਜਾਵੇ, ਕਿਉਂਕਿ ਯੂਕਰੇਨ ਦੇ ਨਾਲ ਜਿਹੜਾ ਯੁੱਧ ਚੱਲ ਰਿਹਾ, ਰਸ਼ੀਆ ਦਾ ਤਾਈਵਾਨ ਨਾਲ ਬਣਿਆ ਹੋਇਆ, ਪਹਿਲਾਂ ਵੀ 2 ਵਿਸ਼ਵ ਯੁੱਧ, ਛੋਟੇ ਛੋਟੇ ਬਹੁਤ ਯੁੱਧ ਦੇਖਦੇ ਪਏ ਹਾਂ। ਹਿਸਟਰੀ ਚੁੱਕ ਲਓ, ਸ਼ਾਇਦ ਹੀ ਕੋਈ ਅਜਿਹਾ ਸਾਲ ਹੋਏਗਾ ਜਦੋਂ ਯੁੱਧ ਨਹੀਂ ਹੋਏ ਜਾਂ ਕਿਸੇ ਦੇਸ਼ ਦੇ ਵਿੱਚ ਕੋਈ ਡਿਸਟਰਬੈਂਸ ਨਹੀਂ ਹੋਈ ਜਾਂ ਇਕਨੋਮਿਕ ਵਾਰ ਨਹੀਂ ਹੋਈ। ਜਿਹੜੀ ਆਪਾਂ ਸ਼੍ਰੀਲੰਕਾ ਵੀ ਦੇਖਦੇ ਹਾਂ, ਇਹਦੇ ਪਿੱਛੇ ਵੀ ਯੁੱਧ ਦੀ ਮਨਸ਼ਾ, ਇੱਕ ਦੇਸ਼ ਨੂੰ ਦੂਜਾ ਦੇਸ਼ ਕਿਵੇਂ ਬਰਬਾਦ ਕਰਦਾ ਇਕਨੋਮਿਕਲੀ, ਜਿਵੇਂ ਚਾਈਨਾ ਨੇ ਕੀਤਾ ਹੈ ਸ਼੍ਰੀਲੰਕਾ ਨੂੰ, ਉਹਦੇ ਪਿੱਛੇ ਵੀ ਯੁੱਧ ਦੀ ਮਨਸ਼ਾ ਹੈ। ਸੋ ਇਹ ਸਾਰੀ ਜੋ ਸਥਿਤੀ ਹੈ, ਇਹ ਵਿਸ਼ਵ ਸ਼ਾਂਤੀ ਵਾਸਤੇ ਕਿੱਦਾਂ ਕਿ ਨਾ ਇਕਨੋਮਿਕ ਵਾਰ ਹੋਵੇ, ਨਾ ਹਥਿਆਰਾਂ ਦੀ ਵਾਰ ਹੋਵੇ, ਨਾ ਕੋਈ ਪੋਲੀਟੀਕਲ ਵਾਰ ਹੋਵੇ, ਹਰ ਪਾਸੇ ਵਿਸ਼ਵ ਸ਼ਾਂਤੀ ਹੋਵੇ, ਕਿਉਂਕਿ ਸ਼ਾਂਤੀ ਦੇ ਵਿੱਚ ਹੀ ਵਿਕਾਸ ਹੋ ਸਕਦਾ ਹੈ। ਵਿਸ਼ਵ ਭਾਈਚਾਰਾ ਤਾਂ ਹੀ ਵਿਕਾਸ ਕਰ ਸਕਦਾ ਹੈ, ਕਿਉਂਕਿ ਜੇ ਸ਼ਾਂਤੀ ਨਹੀਂ ਤਾਂ ਆਰਥਿਕ ਮੰਦੀ ਹੋਏਗੀ, ਗਰੀਬੀ ਵੀ ਹੋਏਗੀ, ਇਨਸਾਨੀ ਜਾਨਾਂ ਵੀ ਜਾਣਗੀਆਂ। ਉਹਨਾਂ ਨੇ ਇੱਕ ਹੋਰ ਪੁਆਇੰਟ ਦਿੱਤਾ ਸੀ, ਆਰਥਿਕ ਸੰਕਟ, ਮਹਿੰਗਾਈ, ਗਰੀਬੀ, ਭੋਜਨ ਦੀ ਕਮੀ, ਭੁੱਖਮਰੀ। ਬਹੁਤ ਸੋਹਣੀ ਗੱਲ ਆ। UN ਬਣਿਆ ਹੀ ਇਸ ਕਰਕੇ ਸੀਗਾ ਕਿ ਦੁਨੀਆ ਦੇ ਵਿੱਚ ਸ਼ਾਂਤੀ ਲਿਆਉਣ, ਪਰ ਸਾਨੂੰ ਪਤਾ UN ਕਿਸ ਕੰਮ ਲਈ, ਕਿਸ ਦੇ ਕੰਮ ਕਰਦਾ, ਕਿਹਦੇ ਪ੍ਰੋ ਆ ਉਹ। ਪਹਿਲਾਂ ਲੀਗ ਆਫ ਨੇਸ਼ਨਸ ਆਇਆ ਸੀ, ਉਹ ਫੇਲ ਹੋ ਗਿਆ, ਫਿਰ ਉਹ ਕਹਿੰਦੇ ਨੇ ਲੀਗ ਆਫ ਨੇਸ਼ਨਸ ਨੂੰ ਨਵਾਂ ਰੂਪ ਦੇ ਦਿੱਤਾ UNO। ਜਿਵੇਂ ਆਪਾਂ ਹੁਣੇ ਕੀਤੀ ਹੈ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਿ ਨਵਾਂ ਰੂਪ ਦੇ ਦਿਓ, ਪਰ ਗੱਲ ਤਾਂ ਵਿੱਚੋਂ ਗੱਲ ਪੁਰਾਣੀ ਹੈ, ਉਵੇਂ ਹੀ ਇਹ UNO ਨਵਾਂ ਹੈ, ਪਰ ਲੀਗ ਆਫ ਨੇਸ਼ਨਸ ਉਹੀ ਪੁਰਾਣਾ। ਅੱਛਾ, ਇਹ ਕੰਮ ਸਿਰਫ ਇਸ ਲਈ ਬਣਾਇਆ ਸੀਗਾ, ਪਰ ਕਹਿੰਦੇ ਨੇ ਵੀ ਅਮਰੀਕਾ ਦਾ ਧੰਦਾ ਜਿਹੜਾ ਹਥਿਆਰਾਂ ਨੂੰ ਲੈ ਕੇ ਉਹ ਬਹੁਤ ਦੁੱਗਣਾ ਤਿੱਗਣਾ ਚੌਗਣਾ ਆ, ਉਹ ਵੀ ਤਾਂ ਕਿਤੇ ਚੱਲਦਾ ਰਹਿਣਾ ਚਾਹੀਦਾ ਨਾ। ਸੋ ਇਸ ਕਰਕੇ ਅਮਰੀਕਾ ਚਾਹੁੰਦਾ ਸੀ ਵੀ ਕਿਤੇ ਸ਼ਾਂਤੀ ਨਾ ਹੋਵੇ। ਮੈਂ ਕਹਿੰਦਾ ਵੀ ਸਭ ਕੁਝ ਪ੍ਰਤੱਖ ਆ, ਜਿਨ੍ਹਾਂ ਦੇ ਕੋਲ ਵੀਟੋ ਪਾਵਰ, ਪਤਾ ਉਹ ਗੱਲ ਕੀ ਆ, ਖੜੇ ਦਾ ਖਾਲਸਾ। ਜੇ ਤੁਹਾਡੀ ਇਕਨੋਮੀ ਸਟਰੋਂਗ ਆ, ਤੁਹਾਡੇ ਕੋਲ ਪਾਵਰ ਆ, ਤਾਂ ਤੁਸੀਂ ਕਿਸੇ ਦੀ ਨਹੀਂ ਸੁਣਦੇ, ਕਿਸੇ UN ਦੀ ਨਹੀਂ ਸੁਣਦੇ, ਕਦੀ ਕਿਸੇ ਦੀ। ਇਹੀ ਤਾਂ ਅਮਰੀਕਾ ਕਰ ਰਿਹਾ, ਇਹੀ ਚਾਈਨਾ ਕਰ ਰਿਹਾ, ਇਹੀ ਰਸ਼ੀਆ ਕਰ ਰਿਹਾ। ਵੈਸੇ ਤਾਂ ਜੇ ਅਸੀਂ ਇੰਟਰਨੈਸ਼ਨਲ ਲਾਅ ਦੀ ਗੱਲ ਕੀਤੀ ਜਾਵੇ ਤਾਂ ਯੁੱਧ ਕਿਤੇ ਹੈ ਨਹੀਂ। ਉਸ ਤੋਂ ਬਾਅਦ ਜੇ ਸੋਨੇ ਦੇ ਸੁਹਾਗਾ ਆਪਾਂ ਕਿਮ ਜੋਂਗ ਦੀ ਗੱਲ ਕਰ ਲਈਏ, ਉਹ ਜਦੋਂ ਮਰਜ਼ੀ ਡਰਾ ਦਿੰਦਾ ਜੀ ਪਰਮਾਣੂ ਹਥਿਆਰ ਲਿਆਉਣਾ, ਪਰਮਾਣੂ ਹਥਿਆਰ ਲਿਆਉਣਾ। ਹਾਲਾਂਕਿ ਇਹ ਸਾਰਾ ਕੁਝ ਤੇ ਫਿਰ ਸ਼ਾਂਤੀ ਵੱਲ ਵੱਧ ਨਹੀਂ ਸਕਦਾ ਨਾ, ਜਦੋਂ ਤੱਕ ਤੁਸੀਂ ਜਾਂ ਤਾਂ ਸਾਰੇ ਬਰਾਬਰ ਹੋਣ, ਨਹੀਂ ਤਾਂ ਫਿਰ ਇਹ ਦਸਤੂਰ ਹੈ, ਸਾਈਕੋਲੋਜੀ ਹੈ ਹਿਊਮਨ ਦੀ ਕਿ ਜਿਹੜਾ ਜਿੱਥੇ ਉਹਨੂੰ ਦੇਖਿਆ ਵੀ ਮੇਰੇ ਤੋਂ ਨੀਵਾਂ ਆ, ਮੇਰੇ ਤੋਂ ਕਮਜ਼ੋਰ ਆ, ਉਹਨੇ ਢਾਉਣ ਨੂੰ ਕਰਨਾ ਹੀ ਕਰਨਾ। ਹੁਣ ਆਪਾਂ ਗੱਲ ਕਰ ਲਈਏ ਵੀ ਅਸੀਂ ਕਹਿੰਦੇ ਆ ਵੀ ਜਿੱਦਾਂ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਜਾਂ ਭਾਰਤ ਦੇ ਉੱਤੇ ਹਮਲਾ ਕੀਤਾ ਸੀ, ਭਾਰਤ ਨੇ ਅੱਜ ਹੀ ਕਿਹਾ ਵੀ ਉਹਨਾਂ ਨੂੰ ਬਲੈਕ ਲਿਸਟ ਕਰ ਦੇਣਾ ਚਾਹੀਦਾ। ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਾ ਕੇ ਐਸ਼ ਦੀ ਜ਼ਿੰਦਗੀ ਜਿਉਂਦੇ। ਸਾਨੂੰ ਪਤਾ ਸਾਡੇ ਮਸੂਦ ਹੋਣੀ ਜਿਹੜੇ ਸਾਡੇ 'ਤੇ ਹਮਲਾ ਕਰਕੇ ਗਏ ਸੀ, ਕੈਨੇਡਾ ਅਮਰੀਕਾ, ਐਸ਼ ਦੀਆਂ ਜ਼ਿੰਦਗੀਆਂ ਜੀਂਦੇ ਰਹੇ। ਤੇ ਉਹ ਅਸੀਂ ਚਾਹੁੰਦੇ ਰਹੇ ਕਿ ਉਹਨਾਂ ਨੂੰ ਬਲੈਕ ਲਿਸਟ ਕਰਿਆ ਜਾਵੇ ਤਾਂ ਜੋ ਸਾਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਕਿੱਥੇ ਫੜ ਲਵੇ ਤੇ ਬਲੈਕ ਲਿਸਟ ਹੋਣ। ਉਹ ਚਾਈਨਾ ਕਹਿੰਦਾ ਜੀ ਨਹੀਂ, ਮੈਂ ਨਹੀਂ ਬਲੈਕ ਲਿਸਟ ਕਰਾਉਣਾ, ਕਿਉਂਕਿ ਚਾਈਨਾ ਦੇ ਆਪਣੇ ਪੋਲੀਟੀਕਲ ਫਾਇਦੇ ਆ ਪਾਕਿਸਤਾਨ ਦੇ ਨਾਲੋਂ। ਇਹ ਚੀਜ਼ਾਂ ਆ ਜਿੱਦਾਂ ਚੱਲਦਾ ਪਿਆ ਹੁਣ, ਵੀਟੋ ਪਾਵਰ ਜਿਹੜੀ ਹੈ ਕੋਲੇ ਆ, ਉਹ ਚਾਈਨਾ ਦੇ ਕੋਲ ਆ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜਤਿੰਦਰ ਜੀ। ਹੁਣ ਦੇਖੋ, ਜਦੋਂ ਆਪਾਂ এনवायरमेंट ਦੀ ਗੱਲ ਕਰਦੇ ਹਾਂ ਤਾਂ ਵੱਡੇ ਵੱਡੇ ਮੁਲਕ ਇਕੱਠੇ ਹੁੰਦੇ ਨੇ ਕਿ ਦੁਨੀਆ ਦਾ এনवायरमेंट ਖਰਾਬ ਹੋ ਰਿਹਾ ਹੈ, ਓਜ਼ੋਨ ਲੇਅਰ ਫਟ ਰਹੀ ਆ, ਸਾਨੂੰ ਵਾਤਾਵਰਣ ਦਾ ਖਿਆਲ ਰੱਖਣਾ ਚਾਹੀਦਾ ਹੈ, ਔਰ ਜਿਹੜੀਆਂ ਇੰਡਸਟਰੀਆਂ ਵਾਤਾਵਰਣ ਨੂੰ ਖਰਾਬ ਕਰਦੀਆਂ ਨੇ ਉਹ ਇੰਡਸਟਰੀਆਂ ਰੋਕਣੀਆਂ ਚਾਹੀਦੀਆਂ ਨੇ। ਤਰ੍ਹਾਂ ਤਰ੍ਹਾਂ ਦੇ ਇਮੋਸ਼ਨਲ ਲੈਕਚਰਸ, ਵੱਡੀਆਂ ਗੱਲਾਂ, ਪਬਲਿਸਿਟੀ ਐਂਡ ਆਲ ਦੈਟ।
ਉਸ ਤੋਂ ਬਾਅਦ ਜਦੋਂ ਨਤੀਜਾ ਆਉਂਦਾ ਹੈ ਤਾਂ ਸਾਰੇ ਪਿੱਛੇ ਹਟ ਜਾਂਦੇ ਨੇ, ਕਿਉਂਕਿ ਉਸ ਤੋਂ ਬਾਅਦ ਤੁਸੀਂ ਨਤੀਜਾ ਨਹੀਂ ਖਰਾਬ ਹੁੰਦਾ। ਉਸ ਤੋਂ ਬਾਅਦ ਤੁਸੀਂ ਦੂਸਰੇ ਦਿਨ ਅਖਬਾਰ ਸੁਣਨੀ ਹੁੰਦੀ ਵੀ ਸੈਨ ਫਰਾਂਸਿਸਕੋ ਤੋਂ ਫਲਾਣੇ ਥਾਂ ਜਿਹੜੀਆਂ ਫਲਾਈਟਾਂ ਨੇ ਡੋਮੈਸਟਿਕ ਫਲਾਈਟਾਂ ਵਧਾ ਦਿੱਤੀਆਂ। ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਉਹਨਾਂ ਡੋਮੈਸਟਿਕ ਫਲਾਈਟਾਂ ਦਾ। ਪਹਿਲਾਂ ਵੀ ਤਾਂ ਲੋਕੀ ਟਰੈਵਲ ਕਰਦੇ ਸੀ, ਸਗੋਂ ਇਹ ਫਲਾਈਟਸ ਨੂੰ ਘੱਟ ਕਰ ਦੇਣਾ ਚਾਹੀਦਾ ਆ ਤਾਂ ਜੋ ਇਨਵਾਇਰਨਮੈਂਟ ਨੂੰ ਕਿਸੇ ਪੱਖੋਂ ਤੋਂ ਬਚਾਇਆ ਜਾ ਸਕੇ। ਬਿਲਕੁਲ ਜੀ, ਜਦੋਂ ਤੱਕ ਆਪਣਾ ਬਾਟਮ ਲਾਈਨ ਪ੍ਰੋਫਿਟ ਰਹੇਗਾ ਔਰ ਸਭ ਦਾ ਸੋਚ ਬਿਜ਼ਨਸ ਫੋਕਸਡ ਰਹੇਗਾ, ਉਦੋਂ ਤੱਕ ਨਾ ਇਨਵਾਇਰਨਮੈਂਟ ਦਿਖਣੀ ਹੈ, ਨਾ ਵਿਸ਼ਵ ਸ਼ਾਂਤੀ ਦਿਖਣੀ ਹੈ। ਬਲਕਿ ਯੂਐਨਓ ਜਦੋਂ ਬਣਿਆ ਹੀ ਹੋਇਆ ਤਾਂ ਕਮਿਸ਼ਨ ਬਣਾ ਕੇ ਕੀ ਕਰਾਂਗੇ? ਇਹੀ ਕਮਿਸ਼ਨ ਆ, ਇਹ ਕਮਿਸ਼ਨ ਹੀ ਫਿਲਹਾਲ ਚਲੋ ਆਹੀ ਚੱਲਦੇ ਆ। ਔਰ ਵਿਸ਼ਵ ਸ਼ਾਂਤੀ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਨੁਕਸਾਨ ਦੋ ਮੁਲਕਾਂ ਦਾ ਨਹੀਂ, ਬੜੇ ਰਿਸ਼ਤਿਆਂ ਦਾ ਹੁੰਦਾ ਹੈ। ਇੱਦਾਂ ਹੀ ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਮੈਂ ਤੇ ਸੰਜੀਵ ਜੀ ਚੱਲਦੇ ਆ। ਅੱਜ ਰੱਖੜੀ ਆ, ਅਸੀਂ ਵੀ ਜਾ ਕੇ ਤਿਉਹਾਰ ਮਨਾਉਣਾ ਆ। ਨਾਲੇ 15 ਅਗਸਤ ਦੀਆਂ ਤਿਆਰੀਆਂ ਵੀ ਚੱਲਦੀਆਂ ਪਈਆਂ, ਸਾਡਾ ਆਜ਼ਾਦੀ ਦਿਵਸ ਆ ਰਿਹਾ ਭਾਰਤ ਦਾ। ਵਾਕੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।